ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਪਰਕ ਨੇ। ਜੇ ਮੈਂ ਗਿਲਟੀ ਹਾਂ ਤੇ ਮੈਨੂੰ ਫਿਰ ਜਾਂ ਤੇ ਮੇਰੇ ਤੇ ਐਕਸ਼ਨ ਕਰੋ। ਬਿਕਰਮ ਸਿੰਘ ਮਜੀਠੀਆ ਉਹਨਾਂ ਨਾਲ ਕੋਈ ਨਿੱਜੀ ਗੱਲ ਆ ਕਿ ਜਾਂ ਫਿਰ ਸਿਆਸੀ ਐਪਸ ਦੇ ਵਿੱਚ ਇੰਨਾ ਪਾੜਾ ਪੈ ਚੁੱਕਿਆ? ਜਿਹਨੂੰ ਮੂੰਹ ਦਾ ਜਲਾਬ ਲੱਗਾ ਹੋਏ। ਹੁਣ ਕੀ ਲੱਗਦਾ ਮਰਸੀਡੀਜ਼ ਤੇ ਕਿੱਦਾਂ ਦਾ ਮੁਕਾਬਲਾ ਹੋਊਗਾ? ਦੇਖੋ ਕੋਨੂੰ ਸਿੱਧੂ ਨੂੰ ਕੌਣ ਹਰਾ ਸਕਦਾ? ਅੱਛਾ, ਹੈ ਹੀ ਨਹੀਂ ਉਹਦੇ ਮੁਕਾਬਲੇ ਦਾ ਹੀ। ਅਸੀਂ ਸਾਰੇ ਆਪਣੇ ਪ੍ਰਧਾਨ ਦੇ ਨਾਲ ਆ, ਇੱਕ ਇੱਕ ਦਿਨ ਅਸੀਂ ਸਾਰੇ ਜਾ ਕੇ ਲਾਵਾਂਗੇ। ਮੈਂ ਕਹਿੰਦਾ ਜੇ ਅਸੀਂ ਕਸਮ ਖਾਧੀ ਕੈਪਟਨ ਸਾਹਿਬ ਤੁਹਾਡੇ ਨਾਲ ਅਸੀਂ ਵੀ ਉਨੇ ਹੀ ਗੁਨਾਹਗਾਰ ਹਾਂ ਜਿੰਨੇ ਤੁਸੀਂ ਗੁਨਾਹਗਾਰ ਹੋ। ਸਾਨੂੰ ਵੀ ਲੋਕ ਪੁੱਛਦੇ ਨੇ ਤੇ ਇਹਦੇ ਤੇ ਕੋਈ ਐਕਸ਼ਨ ਤੇ ਕਰ ਦਈਏ। ਕੀ ਕਹਿੰਦਾ ਮੈਂ ਗੋਲੀ ਮਾਰ ਦਿਆਂ? ਤੇ ਕੈਪਟਨ ਅਮਰਿੰਦਰ ਸਿੰਘ ਦੀ 4 ਲਾਈਨਾਂ ਦੀ ਸਪੀਚ ਸੀ। ਯਾਰ ਸਿੱਖ ਕੌਮ ਦੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏ ਤੇ ਮੁੱਖ ਮੰਤਰੀ ਉਹਦੇ ਤੇ ਡਿਟੇਲਡ ਬੋਲੇ ਨਾ, ਇਹਦਾ ਮਤਲਬ ਬੇਈਮਾਨ ਸੀ। ਰੰਧਾਵਾ ਸਾਹਿਬ ਕਿਤੇ ਤੁਹਾਡੀ ਇਨਕੁਆਇਰੀ ਕਰਾਉਣ ਦਾ ਕਾਰਨ ਤਾਂ ਨਹੀਂ ਕਿ ਤੁਸੀਂ ਕੈਪਟਨ ਸਾਹਿਬ ਦੇ ਖਿਲਾਫ ਭੁਗਤੇ ਹੋਣ? ਜੇ ਮੈਂ ਰਾਣਾ ਸੋਢੀ ਵਰਗਾ ਹੁੰਦਾ ਤੇ ਉਹਨਾਂ ਦੇ ਪੈਰਾਂ 'ਚ ਹੀ ਬੈਠਾ ਰਹਿੰਦਾ। ਰਾਹੁਲ ਗਾਂਧੀ ਆਉਂਦੇ ਨੇ, ਪੰਜਾਬ ਦੇ ਵਿੱਚ ਆਉਂਦੇ ਨੇ, ਸਰਗਰਮੀ ਕਰਦੇ ਨੇ, ਸ਼ਾਮ ਨੂੰ ਟਵੀਟ ਕਰਦੇ ਨੇ ਕਿ ਸੀਐਮ ਚਿਹਰੇ ਦਾ ਐਲਾਨ ਜਲਦੀ, ਤੇ ਅਗਲੇ ਦਿਨ 11 ਵਜੇ 33 ਸਾਲ ਪਹਿਲਾਂ ਇੱਕ ਵਾਕਿਆ ਹੋਇਆ ਉਹਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਭੈਣ ਸਾਹਮਣੇ ਆ ਜਾਂਦੀ ਆ। ਤੇ ਪਿਛਲੇ ਦਿਨਾਂ 'ਚ ਹਜ਼ਾਰਾਂ ਕਰੋੜ ਰੁਪਈਆ ਫਲੈਕਸ ਬੋਰਡਾਂ ਤੇ ਲੱਗ ਗਿਆ, ਉਹ 'ਚੋਂ 100-200 ਕਰੋੜ ਰੁਪਈਆ ਜੇਲ੍ਹਾਂ ਤੇ ਵੀ ਲੱਗ ਹੀ ਸਕਦਾ ਜੀ। ਇਹਨਾਂ ਝੂਠ ਬੋਲ ਕੇ ਸਰਕਾਰ ਬਣਾ ਕੇ ਬਾਅਦ 'ਚ ਬੇਵਕੂਫ ਬਣਾਈ ਜਾਣਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਲੀਗਲ ਡਾਕੂਮੈਂਟ ਬਣਾਵਾਂ। ਚੰਨੀ ਦੇ ਪਿੰਡ 'ਚ ਵੜ ਜਾਓ ਜੀ, ਤਾਂ ਪਿੰਡ ਦਾ ਸਕੂਲ ਵੇਖੋ ਤੇ ਮੇਰਾ ਰਾਜਧਾਨੀ ਦਾ ਸਕੂਲ ਦੇਖੋ। ਯਾਰ ਇੰਨੀ ਤੇ ਕਾਮਨ ਸੈਂਸ ਚਾਹੀਦੀ ਹੈ ਨਾ। ਪੰਜਾਬ ਦੇ ਲੋਕਾਂ ਨੂੰ ਇਹ ਤੇ ਸੋਚਣਾ ਚਾਹੀਦਾ ਕਿ ਦੇਸ਼ ਦੀ ਰਾਜਧਾਨੀ ਦੇ ਸਕੂਲ ਨਾਲ ਕੰਪੈਰੀਜ਼ਨ ਕਰ ਰਿਹਾ। ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਰਹੇ ਨੇ ਉਹਨਾਂ ਦੇ ਟਾਈਮ 'ਚ ਮਾਫੀਆ ਰਾਜ ਨਹੀਂ ਸੀ ਆਇਆ। ਦਿੱਲੀ ਦੇ ਨਾਲ ਮੁਕਾਬਲਾ ਕਰਨਾ, ਕੇਜਰੀਵਾਲ ਸਾਹਿਬ ਬੜੇ ਤੋਂ ਇੰਟੈਲੀਜੈਂਟ ਹੋ, ਬੜੇ ਪੜ੍ਹੇ ਲਿਖੇ ਹੋ, ਇਨਕਮ ਟੈਕਸ ਦੇ ਵਿੱਚ ਤੁਸੀਂ ਰਹਿ ਕੇ ਆਏ ਹੋ, ਉਹ ਹਿੰਦੁਸਤਾਨ ਦੀ ਕੈਪੀਟਲ ਆ। ਫਰਵਰੀ 'ਚ ਰੋਜ਼ ਦਾ ਕਰਕੇ ਇੱਕ ਦਿਨ ਘਟਦਾ ਜਾ ਰਿਹਾ, ਤੇ ਜਿਵੇਂ ਹੀ ਸਰਗਰਮੀਆਂ ਸਿਆਸੀ ਆਗੂਆਂ ਕੋਲ ਵੱਧਦੀਆਂ ਨੇ ਉਵੇਂ ਹਵਾ ਜੋ ਪਹਿਲਾਂ ਕੁਝ ਹੋਰ ਸੀ ਹੁਣ ਕਿਸੇ ਹੋਰ ਪਾਰਟੀ ਦੀ, ਤੇ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਵਾਂ ਬਦਲਣਗੀਆਂ ਵੀ ਬੜੇ ਹੈਰਾਨੀਜਨਕ ਨਤੀਜੇ ਸਾਹਮਣੇ ਆ ਸਕਦੇ ਨੇ। ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਮੈਜੋਰਿਟੀ ਸਰਕਾਰ ਕਿਹਦੀ ਬਣੂਗੀ, ਇਹੀ ਗੱਲ ਤਕਰੀਬਨ ਹਰ ਸੱਥ 'ਚ, ਹਰ ਪਿੰਡ 'ਚ, ਹਰ ਸ਼ਹਿਰ ਦੀ ਨੁੱਕਰ 'ਚ ਤੇ ਦੁਨੀਆ ਦੇ ਹਰ ਕਿਤੇ ਜਿੱਥੇ ਪੰਜਾਬੀ ਬੈਠੇ ਨੇ ਚੱਲਦੀ ਆ। ਅੱਜ ਕਾਂਗਰਸ ਪਾਰਟੀ ਬਾਰੇ ਅੰਦਰਲੀਆਂ ਗੁੱਝੀਆਂ ਗੱਲਾਂ, ਕਾਂਗਰਸ ਦਾ ਸੀਐਮ ਚਿਹਰੇ ਨੂੰ ਲੈ ਕੇ, ਰਾਹੁਲ ਗਾਂਧੀ ਦੀ ਵਿਜ਼ਿਟ ਕਿੰਨੇ ਮਾਇਨੇ ਰੱਖਦੀ ਆ, ਹੋਰ ਬਹੁਤ ਅੰਦਰਲੀਆਂ ਗੱਲਾਂ ਕਰਨ ਲਈ ਸਾਡੇ ਨਾਲ ਪੰਜਾਬ ਦੇ ਡਿਪਟੀ ਸੀਐਮ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਨੇ। ਉਹਨਾਂ ਨਾਲ ਉਹਨਾਂ ਦੇ ਹਲਕੇ ਬਾਬਤ, ਮੌਜੂਦਾ ਇਲੈਕਸ਼ਨ ਬਾਰੇ ਤੇ ਹੁਣ ਇਕੱਲੇ ਹਲਕੇ ਦੀ ਨਹੀਂ ਪੂਰੇ ਪੰਜਾਬ ਨੂੰ ਜਵਾਬ ਦੇ ਨੇ, ਉਹਦੇ ਬਾਰੇ ਗੱਲ ਕਰਾਂਗੇ। ਰੰਧਾਵਾ ਸਾਹਿਬ ਦਾ ਸਵਾਗਤ। ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ, ਪ੍ਰਾਈਮ ਮਿਨਿਸਟਰ ਟੀਵੀ ਦੇ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ। ਰੰਧਾਵਾ ਸਾਹਿਬ ਹੁਣ ਐਮਐਲਏ ਕਹੀਏ, ਹੋਮ ਮਿਨਿਸਟਰ ਕਹੀਏ ਜਾਂ ਡਿਪਟੀ ਸੀਐਮ ਕਹੀਏ, ਹਲਕੇ ਦੇ ਲੋਕ ਕੀ ਕਹਿੰਦੇ ਨੇ ਜੀ? ਵੇਖੋ ਮੇਰੀ ਇਹ ਜਿਹੜੀ ਐਮਐਲਏਸ਼ਿਪ ਆ, 3 ਵਾਰੀ ਮੈਂ ਐਮਐਲਏ ਬਣ ਗਿਆ ਜੀ, ਚੌਥੀ ਮੇਰੀ ਹੁਣ ਫਿਰ ਇਲੈਕਸ਼ਨ ਜਿਹੜੀ ਆ ਸਟਾਰਟ ਆ। ਤੇ ਨਾ ਪਹਿਲਾਂ ਹੀ ਹੋਮ ਮਿਨਿਸਟਰ ਸੀ, ਮੇਰੇ ਪਿਤਾ ਜੀ ਵੀ ਬੜੀ ਦੇਰ ਮੰਤਰੀ ਰਹੇ, ਪ੍ਰਧਾਨ ਰਹੇ। ਤੇ ਜੇ ਇੰਨਾ ਕੁਝ ਰਹਿਣ ਦੇ ਬਾਵਜੂਦ ਅੱਜ ਵੀ ਮੈਂ ਆਪਣੇ ਪਿੰਡ 'ਚ ਆ ਜੀ। ਨਹੀਂ ਤੇ 10 ਦਿਨ ਕੋਈ ਰਹਿ ਜੇ ਮੰਤਰੀ, ਕੋਈ ਅੰਮ੍ਰਿਤਸਰ ਕੋਠੀਆਂ ਬਣਾ ਲੈਂਦਾ ਪਿੰਡ ਛੱਡ ਕੇ, ਤੇ ਕੋਈ ਚੰਡੀਗੜ੍ਹ, ਤੇ ਕੋਈ ਕਿਤੇ, ਕੋਈ ਦਿੱਲੀ। ਅੱਛਾ ਜੀ। ਤੇ ਮੇਰਾ ਅਜੇ ਤੱਕ ਘਰ ਇੱਥੇ ਹੀ। ਅੱਛਾ, ਤੁਹਾਡੇ ਬਜ਼ੁਰਗ ਸਰਦਾਰ ਸੰਤੋਖ ਸਿੰਘ ਰੰਧਾਵਾ ਜੀ, ਉਹ ਵੱਡੀਆਂ ਪੋਜੀਸ਼ਨਾਂ ਦੇ ਪੰਜਾਬ ਦੀਆਂ ਤੇ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਆ, ਮਿਨਿਸਟਰੀਆਂ ਵੀ ਹੰਢਾ ਚੁੱਕੇ ਆ। 1960-70 'ਚ ਉਹਨਾਂ ਨੇ ਸਿਆਸਤ ਕੀਤੀ ਆ। ਤੁਸੀਂ ਅੱਜ 21ਵੀਂ ਸਦੀ ਦੀ ਲਗਭਗ ਦੂਸਰੇ ਡੈਕੇਡ ਅਸੀਂ ਪਰ ਚੁੱਕੇ 2022 ਦੇ ਵਿੱਚ ਅੱਜ ਦੀ ਸਿਆਸਤ ਕਰ ਰਹੇ ਹੋ। ਮਤਲਬ ਉਦੋਂ ਦੀਆਂ ਗੱਲਾਂ ਵੀ ਤੁਸੀਂ ਆਪਣੇ ਬਜ਼ੁਰਗਾਂ ਕੋਲ ਸੁਣੀਆਂ ਹੋਣਗੀਆਂ। ਇਹ ਸਾਲਾਂ ਦੇ ਵਿੱਚ ਫਰਕ ਤੇ ਬਹੁਤ ਆ ਗਿਆ ਹੋਣਾ, ਸਿਆਸਤ ਦਾ ਮਿਆਰ, ਲੋਕਾਂ ਦਾ, ਲੀਡਰਾਂ ਦਾ। ਵੇਖੋ ਲੀਡਰਾਂ ਦਾ ਵੀ, ਕਰੈਕਟਰ ਦਾ ਮਿਆਰ ਬਹੁਤ ਡਾਊਨ ਆ ਗਿਆ, ਤੇ ਵੋਟਰ ਦਾ ਵੀ ਬਹੁਤ ਡਾਊਨ ਆ ਗਿਆ, ਤੇ ਵਰਕਰ ਦਾ ਵੀ। ਉਸ ਵੇਲੇ ਜਿਹੜੀਆਂ ਗੱਲਾਂ ਸੁਣੀ ਦੀ ਸੀ ਜਾਂ ਜਿਹੜੇ ਦੇਖੀਦਾ ਸੀਗਾ, ਕਿਸੇ ਦਾ ਇੱਕ ਕੰਮ ਕੀਤਾ ਹੋਵੇ ਤੇ ਉਹਦੇ ਪਿੰਡ ਪੂਰਾ ਯਾਦ ਕਰਦਾ ਸੀ ਕਿ ਸਾਡੇ ਪਿੰਡ 'ਚ ਆਹ ਕੰਮ ਕੀਤਾ। ਅੱਜ ਪੂਰੇ ਦਾ ਪੂਰਾ ਵੀ ਕੀਤਾ ਹੋਏ ਤੇ ਲੋਕ ਕਹਿੰਦੇ ਇਹਦਾ ਕੀ ਹੈ ਜੀ, ਇੱਟਾਂ ਨੂੰ ਚੱਟਣਾ। ਮੈਨੂੰ ਇਹ ਨਹੀਂ ਸਮਝ ਆਈ ਕਿ ਇੰਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੁਣ, ਜਦੋਂ ਪਹਿਲਾਂ ਜਾਂਦੇ ਸੀ ਉਦੋਂ ਕਹਿੰਦੇ ਸਾਡੇ ਪਿੰਡ ਗਲੀਆਂ ਨਾਲੀਆਂ ਨਹੀਂ, ਤੇ ਅੱਜ ਜੇ ਕਹਿੰਦੇ ਜੀ, ਕਹਿੰਦੇ ਜੀ ਸਰਪੰਚ ਨੇ ਤੇ ਮੇਰੇ ਅੱਗੇ 5 ਫੁੱਟ ਇੱਟਾਂ ਲੱਗਣੀਆਂ ਉਹ ਨਹੀਂ ਲਾਈਆਂ, ਭਾਵੇਂ ਪਿੰਡ 'ਚ 5000 ਫੁੱਟ ਲੱਗੀ ਹੋਈ ਜੀ। ਤਾਂ ਇਹ ਜਿਹੜੀ ਚੀਜ਼ ਹੈ ਕਿ ਗਿਰਾਵਟ
ਦੋਨਾਂ ਪਾਸੇ ਤੇ ਆਈ। ਤੁਹਾਡੇ ਬਜ਼ੁਰਗਾਂ ਨੇ ਬਹੁਤ ਕਹਿੰਦੇ ਵੀ ਆਪਣੇ ਸਮੇਂ ਨੌਕਰੀਆਂ ਦਿੱਤੀਆਂ ਸਨ, ਯਾਦ ਰੱਖਦੇ ਕੋਈ ਲੋਕ ਉਸ ਸਮੇਂ ਦਾ ਕੋਈ ਆਇਆ ਵੀ ਤੁਹਾਡੇ ਬਜ਼ੁਰਗਾਂ ਨੂੰ 1960 ਚ ਨੌਕਰੀ ਦਿੱਤੀ ਸੀ? ਅੱਜ ਵੀ ਲੋਕ, ਉਹ ਪਰਿਵਾਰ ਅੱਜ ਵੀ ਜੁੜੇ ਨੇ ਕਿ ਸਾਨੂੰ ਰੰਧਾਵਾ ਸਾਹਿਬ ਨੇ ਉਸ ਵੇਲੇ ਨੌਕਰੀ ਦਿੱਤੀ। ਬਿਲਕੁਲ ਉਸ ਟਾਈਮ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਬਹੁਤ ਜ਼ਿਆਦਾ। ਕੋਈ ਇਦਾਂ ਦੇ ਵੀ ਹੈ ਜਿਹੜੇ ਪਲਟੀ ਮਾਰ ਗਏ? ਵੇਖੋ 10% ਪਲਟੀ ਮਾਰਨ ਵਾਲੇ ਹੁੰਦੇ ਆ, ਉਹ ਤਾਂ ਕਿਤੇ ਵੀ ਹੁੰਦੇ ਆ, ਉਹਦੀ ਤਾਂ ਕੋਈ ਗੱਲ ਹੀ ਨਹੀਂ। ਉਹਦਾ ਸੋਚਣਾ ਵੀ ਨਹੀਂ ਚਾਹੀਦਾ ਕਿ ਪੋਲੀਟੀਕਲ ਬੰਦੇ ਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਕੰਮ ਕੀਤਾ ਤੇ ਪਰਮਾਨੈਂਟ ਮੇਰੇ ਨਾਲ ਰਹੇਗਾ। ਰੰਧਾਵਾ ਸਾਹਿਬ, ਤੁਸੀਂ 2017 ਦੇ ਵਿੱਚ MLA ਚੁਣੇ ਗਏ ਸੀ ਪਹਿਲਾਂ, ਫਿਰ ਤੁਸੀਂ ਕੈਬਨਿਟ ਮਿਨਿਸਟਰ ਬਣੇ, ਜੇਲ੍ਹਾਂ ਦਾ ਵਿਭਾਗ ਤੁਹਾਡੇ ਕੋਲ ਲੰਮਾ ਸਮਾਂ ਰਿਹਾ, ਉੱਤੇ ਵੀ ਆਉਨੇ, ਪਰ ਹੁਣ 111 ਦਿਨ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ, ਜਿਹੜੇ ਚੰਨੀ ਸਰਕਾਰ ਦੇ ਵਿੱਚ ਬਤੌਰ ਡਿਪਟੀ CM ਹੰਡਾਏ, ਹੋਮ ਮਿਨਿਸਟਰ ਰਹੇ। ਵੱਡਾ ਅਹੁਦਾ ਨਹੀਂ ਤੇ ਬਹੁਤਾ ਚਿਰ ਹੁਣ ਤੱਕ ਦੇਖਿਆ ਜਾਂਦਾ ਸੀ ਹੋਮ ਮਿਨਿਸਟਰੀ ਚੀਫ ਮਿਨਿਸਟਰ ਆਪਣੇ ਕੋਲ ਹੀ ਰੱਖਦੇ ਸੀ। ਹੁਣ ਤੁਸੀਂ ਸਾਰੇ ਪੰਜਾਬ ਦੇ ਸਵਾਲਾਂ ਦੇ ਤੁਸੀਂ ਜਵਾਬ ਦਿਓ। ਲੋਕੀ ਸਵਾਲ ਕਰਦੇ ਨੇ ਕਿਹੜੇ ਕਿ ਜੇ ਸੌਖਾ ਹੀ ਕੰਮ ਚੱਲੀ ਜਾਂਦਾ। ਵੇਖੋ ਗੱਲ ਸੁਣ, ਮੈਨੂੰ ਜਿਹੜੇ 111 ਦਿਨ ਮਿਲੇ ਨੇ, ਦੋ ਮੇਰੇ ਇਸ਼ੂ ਸੀਗੇ ਬਹੁਤ ਵੱਡੇ, ਤੇ ਔਰ ਕਾਂਗਰਸ ਹਾਈ ਕਮਾਂਡ ਨੇ ਮੈਨੂੰ ਹੋਮ ਮਿਨਿਸਟਰ ਵੀ ਇਸੇ ਲਈ ਬਣਾਇਆ ਸੀ, ਬਟ ਟਾਈਮ ਬਹੁਤ ਘੱਟ ਸੀਗਾ। ਕਿਉਂਕਿ ਇੰਨੇ ਉਲਝੇ ਕੇਸ, ਇੰਨਾ ਪੰਜਾਬ ਦਾ ਉਲਝਾ ਸਿਸਟਮ, ਲਾਅ ਐਂਡ ਆਰਡਰ ਦੀ ਇੰਨੀ ਮਾੜੀ ਪੋਜੀਸ਼ਨ, 10 ਸਾਲ ਅਕਾਲੀਆਂ ਦਾ ਤੇ 4 ਸਾਲ ਸਾਡੇ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਘਰ ਤੋਂ ਬਾਹਰ ਪੈਰ ਵੀ ਨਹੀਂ ਰੱਖਿਆ। ਮੈਂ ਨਹੀਂ ਦੇਖਿਆ ਕੋਈ ਇੱਕ ਦਿਨ ਵੀ ਸੈਕਟਰੀਏਟ ਦੇ ਆਪਣੇ ਆਫਿਸ 'ਚ ਵੀ ਗਏ ਹੋਣ। ਬੜੀ ਵਾਰ ਮੇਰੇ ਨਾਲ ਪਿਆਰ ਵੀ ਬਹੁਤ ਸੀ, ਉਹਨਾਂ ਨੂੰ ਬਹੁਤ ਕਹਿਣਾ ਕਿ ਆਪਾਂ ਕਿਸੇ ਦਿਨ ਸੈਕਟਰੀਏਟ ਜਾਈਏ, ਤੇ ਉਹਨਾਂ ਈਵਨ ਕੈਬਨਿਟ ਵੀ ਆਪਣੇ ਘਰੇ ਹੀ ਕਰਦੇ ਹੁੰਦੇ ਸੀ ਕਿ ਆਫੀਸ਼ੀਅਲ ਰੈਜ਼ੀਡੈਂਸ ਤੇ ਬੜਾ ਕਈ ਵਾਰ ਖਿੱਚ ਧੂ ਕਰਕੇ ਉਹਨਾਂ ਨੂੰ ਪੰਜਾਬ ਭਾਉ ਲੈ ਜਾਈਦਾ ਸੀ। ਪਰ ਉਹਨਾਂ ਨੇ ਜੇ ਮੇਰੇ ਖਿਆਲ ਪੂਰੀ ਕੈਬਨਿਟ ਦੀ ਮੀਟਿੰਗ ਲਈ ਹੋਏਗੀ ਆਪਣੇ ਟਾਈਮ ਦੇ ਵਿੱਚ, ਸੈਕਟਰੀਏਟ ਵਾਲੇ 'ਚ 2 ਵਾਰ ਹੀ ਲਈ ਆ। ਅੱਛਾ ਜੀ। ਤੇ ਚੀਫ ਮਿਨਿਸਟਰ ਦਾ ਕੰਮ ਹੈ ਜਿਸ ਵੇਲੇ ਸਰਕਾਰੀ ਦਫ਼ਤਰ ਖੁੱਲ੍ਹਾ ਹੋਵੇ ਤੇ ਆਫੀਸਰ ਜਿਹੜੇ ਨੇ ਆਟੋਮੈਟਿਕਲੀ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਆ ਤੇ ਲੋਕਾਂ ਦੇ ਕੰਮ ਚੱਲਦੇ ਆ, ਤੇ ਮਿਨਿਸਟਰ ਵੀ ਫਿਰ ਆਪਣੇ ਕਮਰੇ 'ਚ ਬੈਠ ਕੇ ਸਾਡਾ CM ਬੈਠਾ ਤੇ ਲੋਕਾਂ ਦੇ ਕੰਮ ਕਰਦੇ। ਰੰਧਾਵਾ ਸਾਹਿਬ, ਜਦੋਂ ਤੁਸੀਂ ਜੇਲ੍ਹ ਮਿਨਿਸਟਰ ਰਹੇ ਹੋ ਲਗਭਗ 4.5 ਸਾਲ, ਉਸ ਤੋਂ ਥੋੜਾ ਸਮਾਂ ਵੱਧ, ਤੁਹਾਡੇ ਤੇ ਇੱਕ ਐਲੀਗੇਸ਼ਨ ਲੱਗਦਾ ਸੀ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਵੀ ਤੇ ਬਿਕਰਮ ਸਿੰਘ ਮਜੀਠੀਆ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਪਰਕ ਨੇ। ਬੜੇ ਡਾਕੂਮੈਂਟਸ ਲੈ ਕੇ ਸਾਹਮਣੇ ਆਉਂਦੇ ਸੀ, ਕਈ ਨਾਮੀ ਗੈਂਗਸਟਰਾਂ ਦੇ ਨਾਮ ਲਏ ਤੇ ਸਿੱਧਾ ਤੁਹਾਡੇ ਤੇ ਦੋਸ਼ ਲਾਏ ਸੀ ਉਹਨਾਂ ਨੇ। ਇਹ ਵੀ ਗੈਂਗਸਟਰ ਇੱਥੇ ਨਹੀਂ ਨਾਂ ਲੈਂਦੇ ਨੇ, ਮੇਰੇ ਲਈ ਹਾਈ ਕੋਰਟ 'ਚ ਵੀ ਗਏ ਨੇ, ਔਰ ਕੈਪਟਨ ਅਮਰਿੰਦਰ ਸਿੰਘ ਨੇ ਮੇਰੀ ਇਨਕੁਆਇਰੀ ਵੀ ਕਰਵਾਈ ਆ। ਅੱਛਾ ਜੀ। ਬਿਕਰਮ ਮਿਸੋ ਦੇ ਤੇ ਸ਼ਵੇਤ ਮਲਿਕ ਔਰ ਸੁਖਬੀਰ ਸਿੰਘ ਬਾਦਲ ਦੇ ਸਾਈਨ ਨੇ ਕਿ ਇਹਦੇ ਗੈਂਗਸਟਰਾਂ ਨਾਲ ਰਿਲੇਸ਼ਨ ਨੇ। ਉਹਦੀ ਮੇਰੀ ਇਨਕੁਆਇਰੀ ਵੀ ਕੈਪਟਨ ਸਾਹਿਬ ਨੇ ਕਰਵਾਈ। ਅੱਛਾ ਜੀ। ਔਰ ਕੈਪਟਨ ਸਾਹਿਬ ਮੁੱਕਰਦੇ ਵੀ ਰਹੇ। ਜੇ ਤਾਂ ਮੈਂ 26 ਜੁਲਾਈ ਇਨਕੁਆਇਰੀ ਕਿਹਨਾਂ ਦੇ ਕਹਿਣ ਤੇ ਕਰਵਾਈ? ਇਹ ਸੁਖਬੀਰ ਬਾਦਲ ਔਰ ਸ਼ਵੇਤ ਮਲਿਕ ਤੇ। ਅੱਛਾ ਜੀ। ਮੈਂ ਚੀਫ ਮਿਨਿਸਟਰ ਨੂੰ ਕਿਹਾ ਕਿ ਮੈਂ ਰਿਜ਼ਾਈਨ ਕਰ ਦਿੰਦਾ, ਫਿਰ ਇਨਕੁਆਇਰੀ ਕਰਾਓ, ਇੱਦਾਂ ਤੇ ਇਨਫਲੂਐਂਸ ਹੋ ਜਾਏਗੀ। ਪਰ ਉਹਨੀ ਦੇਰ ਨੂੰ ਜਦੋਂ ਮੈਨੂੰ ਪਤਾ ਲੱਗਾ ਕਿ ਜਦੋਂ ਮੈਂ ਆਖਿਆ ਉਦੋਂ ਇਨਕੁਆਇਰੀ ਹੋ ਗਈ ਸੀ, ਮੈਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਿਹਾ ਮੈਂ ਤੁਸੀਂ ਮੇਰੀ ਇਨਕੁਆਇਰੀ ਕਰਵਾਈ 26 ਜੁਲਾਈ 1921 ਨੂੰ। ਅੱਛਾ ਜੀ। ਕਹਿੰਦੇ ਮੈਂ ਨਹੀਂ ਕਰਵਾਈ। ਲਾਗੇ DGP ਦਿਨਕਰ ਗੁਪਤਾ, ਪੂਰੀ ਕੈਬਨਿਟ ਬੈਠੀ ਸੀ। ਮੈਂ ਦਿਨਕਰ ਜੀ ਤੁਸੀਂ ਮੇਰੀ ਇਨਕੁਆਇਰੀ ਕਰਾਈ? ਕਹਿੰਦਾ ਜੀ CM ਸਾਹਿਬ ਵੱਲੋਂ ਲਿਖਿਆ ਆਇਆ ਸੀ ਅਸੀਂ ਇਨਕੁਆਇਰੀ ਤੁਹਾਡੀ ਕਰਾਈ ਆ। ਤੇ ਮੈਂ ਕਿਹਾ ਇਨਕੁਆਇਰੀ ਦੀ ਕਾਪੀ ਮੈਨੂੰ ਤੇ ਮਿਲਣੀ ਚਾਹੀਦੀ ਆ, ਜੇ ਮੈਂ ਗਿਲਟੀ ਆ ਤੇ ਮੈਨੂੰ ਫਿਰ ਜਾਂ ਤੇ ਮੇਰੇ ਤੇ ਐਕਸ਼ਨ ਕਰੋ ਤੇ ਜਾਂ ਜਿਨ੍ਹਾਂ ਨੇ ਗਲਤ ਐਪਲੀਕੇਸ਼ਨ ਕੀ ਦਿੱਤੀ ਆ ਉਹਨਾਂ ਤੇ ਐਕਸ਼ਨ ਕਰੋ। ਔਰ ਉਹਦੇ 'ਚ ਜਿਹੜੀ ਇਨਕੁਆਇਰੀ 'ਚ ਬਿਕਰਮ ਸਿੰਘ ਮਜੀਠੀਆ ਦਾ ਉਸ ਟਾਈਮ ਪੂਰਾ ਦਾ ਪੂਰਾ ਉਹਦੇ 'ਚ ਆਇਆ। ਅੱਛਾ। ਮੇਰਾ ਕਿਤੇ ਨਾਂ ਨਹੀਂ ਆਇਆ। ਉਹੀ ਇਨਕੁਆਇਰੀ ਜਿਹੜੀ ਆ, ਇਨਕੁਆਇਰੀ ਨੂੰ ਉਹਦੇ ਤੋਂ ਪਹਿਲਾਂ ਮੇਰੇ 'ਚ ਹਾਈ ਕੋਰਟ 'ਚ ਕੇਸ ਪਾ ਦਿੱਤਾ ਇਹਨਾਂ ਨੇ, ਢਿੱਲੋਂ ਵਾਲਾ ਕੇਸ। ਉਹਦੇ 'ਚ ਜੱਜ ਨੇ ਕਿਹਾ ਕਿ ਮਿਨਿਸਟਰ ਦੀ ਮੀਡੀਆ ਟਰਾਇਲ ਹੋ ਰਿਹਾ, ਉਹ ਵੀ ਉਹਨਾਂ ਦੀ ਡਿਸਮਿਸ ਕਰ ਦਿੱਤੀ ਗਈ। ਅੱਛਾ। ਜੇ ਉਹਦੇ 'ਚ ਕੋਈ ਚੀਜ਼ ਹੁੰਦੀ, ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਨਾ ਮੇਰਾ ਕਦੀ ਵੀ ਅੱਜ ਤੱਕ ਤੁਸੀਂ ਹੁਣੇ ਬਾਹਰ ਖਲੋਤੇ ਜਿਹਨਾਂ ਨੂੰ ਮੈਂ ਸਟ੍ਰੇਟ ਵੇ ਨਾ ਕੀਤੀ ਆ। ਅੱਜ ਵੋਟਾਂ ਦਾ ਦੇਣੇ ਆ, ਮੈਂ ਗੋਲ ਵੀ ਗੱਲ ਕਰ ਸਕਦਾ ਸੀ ਜੀ, ਤੁਸੀਂ ਕੋਲ ਖੜੇ ਹੋ। ਬਿਲਕੁਲ ਠੀਕ ਹੈ। ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਕਿਹਾ ਕਿ ਨਹੀਂ ਕਿ ਤੁਸੀਂ ਗਲਤ ਕੰਮ ਕੀਤਾ, ਮੈਂ ਤੁਹਾਡੀ ਬਿਲਕੁਲ ਮਦਦ ਨਹੀਂ ਕਰਾਂਗਾ। ਬਿਲਕੁਲ ਠੀਕ। ਤੇ ਜਿਹੜਾ ਬੰਦਾ ਵੋਟ ਲੈਣ ਵਾਲੇ ਦਿਨਾਂ 'ਚ ਵੀ ਇਹ ਕਹਿ ਸਕਦਾ ਕਿ ਮੈਂ ਬਿਲਕੁਲ ਗਲਤ ਕੰਮ ਨਹੀਂ ਕਰਾਂ, ਮੇਰੇ ਤੇ ਆਸ ਨਾ ਕਰਿਓ। ਤੇ ਜਾ ਕੇ ਉਸ ਪਿੰਡ 'ਚ ਵੇਖੋ, ਜੇ ਤੁਹਾਡੇ ਉਹ ਪਰਿਵਾਰ ਮੰਨੇਗਾ ਤੇ ਉਹਦੇ ਮਾਫੀ ਮੰਗੋ। ਰੰਧਾਵਾ ਸਾਹਿਬ, ਕਿਤੇ ਤੁਹਾਡੀ ਇਨਕੁਆਇਰੀ ਕਰਾਉਣ ਦਾ ਕਾਰਨ ਤਾਂ ਨਹੀਂ ਕਿ ਤੁਸੀਂ ਕੈਪਟਨ ਸਾਹਿਬ ਦੇ ਖਿਲਾਫ ਭੁਗਤੇ ਹੋਣ? ਨਹੀਂ, ਇਹ ਤੇ ਕੈਪਟਨ ਸਾਹਿਬ ਤੇ ਖਿਲਾਫ ਭੁਗਤਣ ਤੋਂ ਪਹਿਲਾਂ ਦੀ ਆ।
ਔਰ ਨਹੀਂ ਕਿਤੇ ਉਹ ਚੀਜ਼ ਦੀ ਰੱਖੀ ਤੇ ਨਹੀਂ ਮੱਚ ਕੈਪਟਨ ਗੱਲ। ਸਾਹਿਬ ਨੂੰ ਹਮੇਸ਼ਾ ਇਹ ਰਹਿੰਦਾ ਸੀ ਕਿ ਇਹ ਮੇਰੇ ਅੱਗੇ ਬੋਲਦਾ ਕਿ ਕੈਬਨਿਟ ਦੀ ਮੀਟਿੰਗ ਆਉਂਦੀ ਪਰ ਤੁਸੀਂ ਨੇੜੇ ਵੀ ਬਹੁਤ ਸੀ ਉਹਨਾਂ ਦੇ। ਮੈਂ ਨੇੜੇ ਵੀ ਬਹੁਤ ਸੀ, ਨੇੜੇ ਤੇ ਮੇਰੇ ਖਲੋ ਮਜਬੂਰੀ 'ਚ ਮੈਨੂੰ ਰੱਖਦੇ ਸੀ। ਅੱਛਾ। ਕਿ ਕੋਈ ਇਹੋ ਜਿਹੀ ਗੱਲ ਨਹੀਂ ਸੀ। ਨੇੜੇ ਮੈਂ ਇਸ ਕਰਕੇ ਵੀ ਸੀ ਕਿ ਮੇਰੇ ਤੇ ਕੋਈ ਇਹੋ ਜਿਹਾ ਐਲੀਗੇਸ਼ਨ ਨਹੀਂ, ਪਰਮਾਤਮਾ ਨੇ ਕਿਰਪਾ ਰੱਖੀ ਆ। ਤੇ ਜੇ ਮੈਂ ਦੂਸਰਿਆਂ ਵਰਗਾ ਜਿਨ੍ਹਾਂ ਨੂੰ ਉਹ ਡਰਾਉਂਦੇ ਸੀਗੇ, ਜੇ ਮੈਂ ਰਾਣਾ ਸੋਢੀ ਵਰਗਾ ਹੁੰਦਾ ਤੇ ਉਹਨਾਂ ਦੇ ਪੈਰਾਂ 'ਚ ਹੀ ਬੈਠਾ ਰਹਿੰਦਾ। ਰੰਧਾਵਾ ਸਾਹਿਬ ਜੇਲ੍ਹਾਂ ਦੇ ਵਿੱਚੋਂ ਨਾ ਫੋਨ ਆਉਣ ਦੀ ਗੱਲ ਬਹੁਤ ਚੱਲਦੀ ਹੈ, ਜੇਲ੍ਹਾਂ ਦੇ ਵਿੱਚ ਕਹਿੰਦੇ ਅੱਜ ਵੀ ਆਉਂਦੇ ਬਹੁਤ ਗੁੱਟ ਬਣੇ ਨੇ ਤੇ ਮਾੜੇ ਬੰਦੇ ਦਾ ਉੱਥੇ ਜੀਣਾ ਮੁਸ਼ਕਲ ਆ, ਵੱਡੇ ਗੈਂਗਸਟਰ ਬੈਠੇ ਨੇ ਉਹ ਕਿਸੇ ਨੂੰ ਟਿਕਣ ਨਹੀਂ ਦਿੰਦੇ। ਇਸ 'ਚ ਤੁਸੀਂ ਕਾਬੂ ਕਿਉਂ ਨਹੀਂ ਕਰ ਸਕੇ? ਇਹਦੇ 'ਚ ਮੈਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਨਯੋਗ ਜਦੋਂ ਕੋਰਟਸ ਆ ਜਾਂਦੀਆਂ ਨੇ, ਆਨਰੇਬਲ ਕੋਰਟਸ, ਉਹਦੇ ਵਿੱਚ ਫਿਰ ਸਾਡੇ ਵੀ ਹੱਥ ਵੱਜ ਜਾਂਦੇ ਨੇ। ਕੀ ਕੋਰਟ ਮਤਲਬ ਕਿੱਦਾਂ ਦੀ ਰੋਕ ਲਾਉਂਦੀ ਹੈ ਕੋਰਟ? ਇੱਕ ਅਸੀਂ ਇਹ ਕੀਤਾ ਸੀਗਾ ਕਿ ਬਠਿੰਡਾ ਜੇਲ੍ਹ ਨੂੰ ਡਾਰਕ ਜ਼ੋਨ ਬਣਾਇਆ ਜਾਏ। ਅੱਛਾ ਜੀ। ਕਿ ਉੱਥੇ ਬਿਲਕੁਲ ਜਿਹੜੇ ਜੈਮਰ ਲਾ ਦਿੱਤੇ ਜਾਣ, ਬਾਡੀ ਸਕੈਨਰ ਲਾ ਦਿੱਤੇ ਜਾਣ, ਔਰ ਉਹਨੂੰ 3 ਟਾਇਰ ਜਿਹੜੀ ਆ ਸਿਕਿਉਰਿਟੀ ਕਰ ਦਿੱਤੀ ਜਾਏ। ਓਕੇ। ਉਹਦੇ 'ਚ ਮੈਂ ਉਹ ਕੀਤਾ ਵੀ, ਔਰ ਉਹਦੇ 'ਚ ਜਿਹੜੇ A ਕੈਟਾਗਰੀ ਗੈਂਗਸਟਰ ਸੀਗੇ ਉਹਨਾਂ ਨੂੰ ਉੱਥੇ ਬੰਦ ਵੀ ਕੀਤਾ। ਜਦ ਮੇਰੇ ਖਿਆਲ ਕੋਈ 4-5 ਮਹੀਨੇ ਰਹੇ ਨੇ, ਜਦੋਂ ਇੱਕ ਟੈਲੀਫੋਨ ਵੀ ਉਹਨਾਂ ਦੀ ਉੱਥੋਂ ਕਾਲ ਨਹੀਂ ਆਈ। ਈਵਨ ਜਿਹੜਾ ਸਾਡਾ ਸੁਪਰਡੈਂਟ ਜੇਲ੍ਹ ਸੀ ਉਹਦਾ ਵੀ ਮੋਬਾਈਲ ਜਿਹੜਾ ਉੱਥੇ ਨਹੀਂ ਸੀ ਚੱਲਦਾ, ਉਹ ਵੀ ਲੈਂਡਲਾਈਨ ਤੋਂ ਹੀ ਗੱਲ ਕਰਦਾ ਸੀ। ਤਾਂ ਇਹ ਸਾਰੀਆਂ ਚੀਜ਼ਾਂ ਕਰਨ ਦੇ ਬਾਅਦ ਵਿੱਚੋਂ ਕਈ ਜਿਹੜੇ ਗੈਂਗਸਟਰ ਸੀ ਹਾਈ ਕੋਰਟ 'ਚ ਗਏ, ਜੀ ਸਾਡੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਕਿ ਸਾਨੂੰ ਉਹਨਾਂ ਨੂੰ ਕਹਿ ਕੇ ਇਹਨਾਂ ਦੇ ਕੋਲੋਂ 10-10 ਨੰਬਰ ਇਹਨਾਂ ਨੂੰ ਦਿੱਤੇ ਨੇ, ਇਹਨਾਂ ਨੇ ਉਹਨਾਂ 10 ਨੰਬਰਾਂ 'ਤੇ ਰੋਜ਼ ਦੇ 10 ਮਿੰਟ ਜਿੰਨੇ ਮਰਜ਼ੀ ਗੱਲ ਕਰਨ, ਇੱਕ ਨੰਬਰ 'ਤੇ 10 ਮਿੰਟ 'ਤੇ ਗੱਲ ਕਰਨੀ ਹੁੰਦੀ ਰੋਜ਼ ਦੀ, ਬਹੁਤ ਹੁੰਦੇ ਆ 10 ਮਿੰਟ। ਪੂਰੇ ਹਿੰਦੁਸਤਾਨ 'ਚ ਇੰਨਾ ਟਾਈਮ ਹੈ ਨਹੀਂ ਕਿ 10 ਮਿੰਟ ਗੱਲ ਕਰਨ, ਉਹ ਆਪਣੇ ਵਕੀਲ ਨਾਲ ਕਰਨ, ਆਪਣੇ ਪਰਿਵਾਰ ਨਾਲ ਗੱਲ ਕਰਨ, ਕਿਸੇ ਦੀ ਕੋਈ ਰੋਕ ਟੋਕ ਨਹੀਂ ਸੀ। ਤਾਂ ਉਹਦੇ ਬਾਅਦ ਫਿਰ ਥੋੜ੍ਹੀ ਸਾਨੂੰ ਪ੍ਰੋਬਲਮ ਆਈ, ਪਰ ਬਠਿੰਡਾ ਜੇਲ੍ਹ ਅੱਜ ਵੀ ਪੂਰੀ ਕੰਟਰੋਲ 'ਚ ਹੈ, ਪਟਿਆਲਾ ਜੇਲ੍ਹ ਪੂਰੀ ਕੰਟਰੋਲ 'ਚ ਹੈ। ਜਿੱਥੇ ਜਿੱਥੇ ਅਸੀਂ ਜੈਮਰ ਲਾ ਦਿੱਤੇ ਉਹ ਜੈਮਰ ਕੰਟਰੋਲ 'ਚ, ਉਹ ਜੇਲ੍ਹਾਂ ਜਿਹੜੀਆਂ ਕੰਟਰੋਲਡ ਨੇ। ਜੇ ਜੀ ਪਲੀਜ਼, ਜੇ ਇਹ ਕਰੀਏ ਕਿ ਮੈਂ ਜੇ ਕਹਾਂ ਕਿ ਬਲੈਕ ਸ਼ੀਪਸ ਨਹੀਂ, ਤੇ ਇਹਦੇ ਵਿੱਚ ਉਹ ਤੇ ਮੈਂ, ਪਰ ਉਹਨਾਂ ਤੇ ਕਾਬੂ ਕਿੱਦਾਂ ਪੈ ਸਕਦਾ? ਫਿਰ ਅੰਦਰ ਜਾਂਦੀ ਹੀ ਚੀਜ਼ ਕਿੱਦਾਂ ਆ? ਵੇਖੋ ਇਹ ਜਿਹੜੀਆਂ ਚੀਜ਼ਾਂ ਨੇ, ਜਿੰਨੀ ਦੇਰ ਅਸੀਂ ਕੋਈ 100-200 ਕਰੋੜ ਰੁਪਈਆ ਇਹਨਾਂ ਜੇਲ੍ਹਾਂ ਤੇ ਨਹੀਂ ਲਾਉਂਦੇ। ਅੱਛਾ ਜੀ। ਇਹ ਜੇਲ੍ਹਾਂ ਨੂੰ ਕੰਟਰੋਲ। ਤੁਸੀਂ ਅਮਰੀਕਾ ਤੇ ਪਿਛਲੇ ਦਿਨਾਂ 'ਚ ਹਜ਼ਾਰਾਂ ਕਰੋੜ ਰੁਪਈਆ ਫਲੈਕਸ ਬੋਰਡਾਂ ਤੇ ਲੱਗ ਗਿਆ, ਉਹ 'ਚੋਂ 100-200 ਕਰੋੜ ਰੁਪਈਆ ਜੇਲ੍ਹਾਂ ਤੇ ਵੀ ਲੱਗ ਸਕਦਾ। ਮੇਰਾ ਨਹੀਂ ਖਿਆਲ ਕਿ ਹਜ਼ਾਰਾਂ ਕਰੋੜ ਫਲੈਕਸ ਬੋਰਡਾਂ ਤੇ ਲੱਗ ਗਿਆ, ਬੜੀ ਦੂਰ ਦੀ ਤੁਰੀ ਆਉਂਦੀ ਆ। ਜਦੋਂ ਦਾ ਮੈਂ ਮਿਨਿਸਟਰ ਬਣਿਆ, ਸਭ ਤੋਂ ਜ਼ਿਆਦਾ ਜੇ ਕੋਈ ਕੰਮ ਕੀਤਾ ਜੇਲ੍ਹ ਦਾ, ਉਹ ਮੇਰੇ ਟਾਈਮ 'ਚ ਹੋਇਆ। ਅੱਛਾ ਜੀ। ਤੁਸੀਂ ਕਿਸੇ ਜੇਲ੍ਹ ਦੀ ਵਿਜ਼ਿਟ ਕਰੋ, ਉਹਨਾਂ ਦੇ ਜੇਲ੍ਹਾਂ 'ਚ ਮੈਂ ਇਕੱਲਾ ਕੈਦੀ ਨੂੰ ਇਹ ਨਹੀਂ ਕੀਤਾ ਕਿ ਉਹ ਕੈਦੀ ਨੇ, ਮੈਂ ਜੇਲ੍ਹਾਂ ਦੀ ਕਾਇਆ ਕਲਪ ਕੀਤੀ। ਅੱਜ ਜੇਲ੍ਹ ਤੁਸੀਂ ਜਾ ਕੇ ਵੇਖੋਗੇ, ਉਹਨਾਂ ਦੇ ਵਿੱਚ ਪਲੇਗਰਾਊਂਡਸ ਬਣਾਈਆਂ ਕਿ ਜਿਹੜੇ ਕੈਦੀ ਨੇ ਉਹ ਖੇਡਣ ਵੀ। ਉਹਨਾਂ ਦੇ ਵਿੱਚ ਚੰਗੇ ਜਿੱਦਾਂ ਮਿਲਕ ਬੂਥ ਦਿੱਤੇ, ਮੇਰੇ ਮਾਰਕਫੈਡ ਦੇ ਬੂਥ ਬਣਾਏ, ਔਰ ਹਰ ਜੇਲ੍ਹ ਦੇ ਵਿੱਚ 50-50, 60-60 ਹਜ਼ਾਰ ਦੀ ਪਰ ਡੇ ਸੇਲ ਹੋਈ ਆ। ਜਿਹੜੀ ਰਾਸ਼ਨ ਦੀ ਰੌਲੀ ਪੈਂਦੀ ਹੁੰਦੀ ਸੀ ਕਿ ਸਾਨੂੰ ਰੋਟੀ ਚੰਗੀ ਨਹੀਂ ਮਿਲਦੀ, ਪੂਰੀ ਸਪਲਾਈ ਮਾਰਕਫੈਡ ਨੂੰ ਦੇ ਦਿੱਤੀ। ਜਿਹੜੀ ਦੁੱਧ ਦੀ ਸੀ ਉਹ ਮਿਲਕਫੈਡ ਨੂੰ ਦੇ ਦਿੱਤੀ, ਤੇ ਜਿਹੜੀ ਚੀਨੀ ਦੀ ਸੀ ਉਹ ਸ਼ੂਗਰਫੈਡ ਨੂੰ ਦੇ ਦਿੱਤੀ। ਇੱਕ ਚੀਜ਼ ਵੀ ਅੱਜ ਜਿਹੜੇ ਬਾਹਰੋਂ ਨਹੀਂ ਖਰੀਦੇ, ਉਹ ਟੈਂਡਰ ਵੀ ਨਹੀਂ ਹੁੰਦੇ, ਗਵਰਨਮੈਂਟ ਟੂ ਗਵਰਨਮੈਂਟ ਉਹ ਜਿਹੜੀ ਸਪਲਾਈ ਹੁੰਦੀ ਆ। ਅੱਛਾ ਜੀ। ਇਹਦੇ 'ਚ ਮਤਲਬ ਕਿ ਇਹ ਵੀ ਚੀਜ਼ ਰੋਕ ਦਿੱਤੀ। ਦਾਲ ਮੈਂ ਉਹਦਾ ਬਣਾ ਦਿੱਤਾ, ਜੇਲ੍ਹ ਬੋਰਡ ਬਣਾ ਦਿੱਤਾ। ਜੇਲ੍ਹ ਬੋਰਡ ਦੇ ਵਿੱਚ ਇਹ ਹੋਇਆ ਕਿ ਜਿਹੜੀ ਇਨਕਮ ਹੋਇਆ ਕਰੇਗੀ ਉਹ ਉਸੇ ਜੇਲ੍ਹ ਦੇ ਕੋਲ ਹੀ ਰਹੇਗੀ। 11 ਜੇਲ੍ਹਾਂ ਦੇ ਵਿੱਚ ਅਸੀਂ ਪੈਟਰੋਲ ਪੰਪ ਜਿਹੜੇ ਨੇ ਉਹ ਸਟਾਰਟ ਕਰ ਦਿੱਤੇ ਨੇ। ਪੈਟਰੋਲ ਪੰਪਾਂ ਦੀ ਇਨਕਮ ਵੀ ਉਹਨਾਂ ਨੂੰ ਜਾਏਗੀ। ਅੰਮ੍ਰਿਤਸਰ ਵਾਲੀ ਜੇਲ੍ਹ 'ਚ ਉਹਨਾਂ ਨੂੰ ਮੈਂ ਕਿਹਾ ਕਿ ਜਿਹੜੀ ਇੰਟਰਲੌਕ ਟਾਈਲਸ ਨੇ ਇਹਦੀ ਫੈਕਟਰੀ ਲਾ ਦਿੱਤੀ ਜਾਈ। ਉਹ ਸਾਡਾ ਪ੍ਰੋਸੈਸ ਚੱਲ ਰਿਹਾ, ਕਿਉਂਕਿ ਜਿਹੜੀ ਇਨਕਮ ਆਉਣੀ ਜਾਂ ਇਹ ਜਿਹੜੇ ਸਾਨੂੰ 90 ਲੱਖ ਰੁਪਇਆ ਮਿਲਦਾ ਸੀ ਟੋਟਲ ਜੇਲ੍ਹਾਂ ਨੂੰ ਚਲਾਉਣ ਲਈ, 1 ਕਰੋੜ ਬਸ, ਸਿਰਫ 1 ਕਰੋੜ। ਕਿੰਨੇ ਚਿਰ ਦਾ ਜੀ? 1 ਸਾਲ ਲਈ। ਉਹਦੇ ਵੀ ਬਿੱਲ ਦੇਣੇ ਪੈਂਦੇ ਹੁੰਦੇ ਸੀ। ਤੇ ਹੁਣ ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕਰ ਰਹੇ, ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਦੀ ਜਿਹੜੀ ਵੈਲਫੇਅਰ ਲਈ। ਅੱਛਾ ਜੀ। ਤੇ ਵੈਲਫੇਅਰ ਲਈ ਜੇ ਚਲਾਉਣੀ ਹੈ ਤੇ ਇਹ ਘੱਟੋ ਘੱਟ ਕੋਈ ਹਰ ਜੇਲ੍ਹ ਦੀ ਸਾਨੂੰ ਕੋਈ 1 ਕਰੋੜ ਰੁਪਇਆ ਚਾਹੀਦਾ ਹੁੰਦਾ। ਤੁਸੀਂ ਫਿਰ ਉਸ ਜਿਹੜੀ ਇਨਕਮ ਨੂੰ ਵਧਾਇਆ? ਜਿਹੜੀ ਇਨਕਮ ਜਿਹੜੀ ਇਹੀ ਕੀਤੀ ਹੈ ਕਿ ਇਹਨਾਂ ਨੂੰ ਕਿਹਾ ਕਿ ਜਿਹੜੀ ਨਾਭਾ ਜੇਲ੍ਹ ਆ ਉੱਥੇ ਆਰਗੈਨਿਕ ਫਾਰਮਿੰਗ ਕਰੋ, ਆਰਗੈਨਿਕ ਜਿਹੜੀ ਵੈਜੀਟੇਬਲਸ ਉਹਨਾਂ ਨੂੰ ਲਾਓ, ਆਪਣੀ ਇਨਕਮ ਵਧਾਇਓ। ਤੇ ਸਾਡੇ ਕੋਲ 50-60 ਕਿੱਲੇ ਜ਼ਮੀਨ ਆ ਜੀ, ਤੇ ਉਹਦੇ 'ਚ ਉਹ ਵੀ ਅਸੀਂ ਟਾਈ ਅਪ ਕਰ ਲਿਆ। ਅੱਛਾ ਰੰਧਾਵਾ ਸਾਹਿਬ, ਬਿਕਰਮ ਸਿੰਘ ਮਜੀਠੀਆ ਹੋਣਾ ਨਾਲ ਕੋਈ ਨਿੱਜੀ ਗੱਲ ਹੈ ਕਿ ਜਾਂ ਫਿਰ ਸਿਆਸੀ ਐਪਸ ਦੇ ਵਿੱਚ ਇੰਨਾ ਪਾੜਾ ਪੈ ਚੁੱਕਿਆ? ਜਿਹੜੇ ਜਿਹਨੂੰ ਮੂੰਹ ਦਾ ਜਲਾਬ ਲੱਗਾ ਹੋਏ
ਜਿਹਦੀ ਜ਼ੁਬਾਨ ਤੇ ਕੰਟਰੋਲ ਨਾ ਹੋਏ। ਮੇਰੀ ਕੋਈ ਕਿਸੇ ਨਾਲ ਨਿੱਜੀ ਨਹੀਂ, ਮੇਰੀ ਇਹ ਜ਼ਰੂਰ ਹੈ ਕਿ ਜਿਹੜੇ ਦੇਸ਼ ਕੌਮ ਦੇ ਗਦਾਰ ਰਹੇ ਨੇ ਉਹਨਾਂ ਦੇ ਅਗੇਂਸਟ ਮੈਂ ਜ਼ਰੂਰ ਬੋਲਦਾ। ਮੈਂ ਇਹ ਵੀ ਬੋਲਦਾ ਕਿ ਇਹਦੇ ਪਰਿਵਾਰ ਨੇ ਜਨਰਲ ਡਾਇਰ ਨੂੰ ਆਪਣੇ ਘਰ ਬੁਲਾਇਆ। ਮੈਂ ਅਸੈਂਬਲੀ 'ਚ ਇਹਦੇ ਸਾਹਮਣੇ ਕਿਹਾ ਕਿ ਉੱਠ ਕੇ ਨਾ ਕਰ, ਮੈਨੂੰ ਦੱਸ ਕਿ ਜਿਹੜੀ ਸਰਦਾਰ ਨਗਰ ਜਿਵੇਂ ਪ੍ਰਾਪਰਟੀ ਮਿਲੀ ਆ ਉਹ ਕਿੱਥੋਂ ਮਿਲੀ ਅਤੇ ਕਿਵੇਂ ਮਿਲੀ ਅਤੇ ਕਿਸ ਅੰਗਰੇਜ਼ਾਂ ਨੇ ਬਖਸ਼ਿਸ਼ ਕੀਤੀ ਹੈ ਕਿ ਕਿਸੇ ਹੋਰ ਨੇ ਬਖਸ਼ਿਸ਼ ਕੀਤੀ ਹੈ। ਇਹ ਤਾਂ ਪੁੱਛਣਾ ਮੇਰਾ ਕੰਮ ਬਣਦਾ ਕਿ ਨਹੀਂ। ਜੇ ਤੇ ਹੁਣ ਮੈਨੂੰ ਕੋਈ ਪੁੱਛੇਗਾ ਕਿ ਤੇਰੀ ਜ਼ਮੀਨ ਤੇਰੇ ਦਾਦੇ ਨੇ ਦਿੱਤੀ ਹੈ ਕਿ ਕਿਸੇ ਹੋਰ ਨੇ ਕੀਤੀ ਹੈ, ਇਹ ਤਾਂ ਕੰਮ ਬਣੇਗਾ। ਅਤੇ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਨਿੱਜੀ ਹਮਲੇ ਨਹੀਂ ਕਿਹਾ ਜਾ ਸਕਦਾ। ਔਰ ਨਾਲ ਹੀ ਮੈਂ ਕਿਹਾ ਕਿ ਤੁਹਾਡੇ ਸਾਹਮਣੇ 2012-13 ਦੇ ਵਿੱਚ ਮੈਨੂੰ ਅੱਜ ਵੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਰਹੇ ਨੇ ਉਹਨਾਂ ਦੇ ਟਾਈਮ 'ਚ ਮਾਫੀਆ ਰਾਜ ਨਹੀਂ ਸੀ ਆਇਆ। ਇਹ ਤਾਂ ਆਪਾਂ ਕਹਾਂਗੇ, ਕਈ ਮੈਨੂੰ ਕਾਂਗਰਸੀ ਵੀ ਕਹਿ ਦਿੰਦੇ ਕਿ ਯਾਰ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਜ਼ ਕਰ ਜਾਂਦਾ। ਮੈਂ ਕਿਹਾ ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਕੋਲ ਵਾਗਡੋਰ ਰਹੀ ਅਕਾਲੀ ਦਲ ਦੀ ਅਤੇ ਉਹਨੇ ਦੇਰ ਤੱਕ ਮਾਫੀਆ ਨਹੀਂ ਆਇਆ, ਡਰੱਗ ਨਹੀਂ ਆਈ, ਕੋਈ ਟਰਾਂਸਪੋਰਟ ਮਾਫੀਆ ਨਹੀਂ ਆਇਆ। ਬਾਦਲ ਸਾਹਿਬ ਦੀਆਂ ਭਾਵੇਂ ਆਪਣੀਆਂ ਵੀ ਬੱਸਾਂ ਸੀਗੀਆਂ ਪਰ ਐਡੇ ਵੱਡੇ ਫਲੀਟ ਨਹੀਂ ਬਣੇ। ਜਿਸ ਦਿਨ ਉਹ ਬੇਬਸ ਹੋ ਗਏ ਉਸੇ ਦਿਨ ਇਹ ਸਾਰੀਆਂ ਮਾਫੀਆ ਆ ਗਈ ਔਰ ਉਹ ਆਪ ਪਿੱਛੇ ਖੜੇ ਹੋ ਗਏ। ਮਜੀਠੀਆ ਸਾਹਿਬ ਦੇ ਮੌਜੂਦਾ ਕੇਸ ਬਾਰੇ ਤੁਹਾਡਾ ਕੀ ਕਹਿਣਾ? ਹੁਣ ਸੋਮਵਾਰ ਬਿਲਕੁਲ ਠੀਕ ਕੇਸ ਬਣਿਆ ਔਰ ਮੇਰਾ ਖਿਆਲ ਹੈ ਕਿ ਇੱਕ ਮੇਰਾ ਮੋਬਾਈਲ ਤੁਸੀਂ ਬਾਹਰੋਂ ਮੰਗਵਾ ਸਕਦੇ ਹੋ ਅਤੇ ਉਹਨੂੰ ਮੋਬਾਈਲ ਨੂੰ ਬਾਹਰੋਂ ਮੰਗਵਾ ਕੇ ਤੁਹਾਨੂੰ ਮੈਂ ਔਡਰ ਪੜ੍ਹ ਕੇ ਜਾਂ ਤੁਹਾਨੂੰ ਮੈਂ ਔਡਰ ਦੇ ਦੂੰਗਾ, ਉਹ ਤੁਸੀਂ ਇਹਦੇ 'ਤੇ ਫਲੈਸ਼ ਕਰ ਸਕਦੇ ਹੋ। ਉਹਦੇ 'ਚ ਬੜਾ ਕਲੀਅਰ ਕੱਟ ਲਿਖਿਆ ਕਿ ਜਿਹੜਾ ਐਡਵੋਕੇਟ ਜਨਰਲ ਨੇ, ਲਰਨਡ ਐਡਵੋਕੇਟ ਜਨਰਲ ਦੇ ਜੱਜ ਸਾਹਿਬ ਨੇ ਜਿਹੜਾ ਲਿਖਿਆ ਕਿ ਉਹਨੇ ਜੋ ਲਿਖਿਆ ਕੇਸ ਠੀਕ ਆ ਔਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹ ਕਹਿੰਦੇ ਕਿ ਜਦੋਂ ਦੇ ਤੁਹਾਡੇ 'ਤੇ ਇਲਜ਼ਾਮ ਲਾਉਂਦੇ ਵੀ ਤੁਸੀਂ ਵੀ ਬਣੇ ਹੋ ਹੋਮ ਮਿਨਿਸਟਰ ਜਾਂ ਜਦੋਂ ਦੀ ਚੰਨੀ ਗਵਰਨਮੈਂਟ ਆਈ ਹੈ, ਸਾਰਾ ਛੜਯੰਤਰ ਰਚਿਆ ਗਿਆ ਬਿਕਰਮ ਸਿੰਘ ਮਜੀਠੀ ਦੇ ਖਿਲਾਫ ਵੀ ਇਹਨੂੰ ਦੱਬੋ ਤੇ ਸ਼੍ਰੋਮਣੀ ਅਕਾਲੀ ਦਲ ਬਦਨਾਮ। ਮੇਰੀ ਗੱਲ ਸੁਣ, ਸ਼੍ਰੋਮਣੀ ਕਮੇਟੀ ਨਾ ਕੋਈ ਛੜਯੰਤਰ ਅਸੀਂ ਇਹ ਕੀਤਾ ਔਰ ਨਾ ਹੀ ਜਿਹੜੇ ਬੰਦੇ ਦਾ ਵੇਖੋ ਛੜਯੰਤਰ ਉਹਨੂੰ ਕਹਿੰਦੇ ਕਿ ਕੋਈ ਪੋਲੀਟੀਕਲ ਕੇਸ ਬਣੇ। ਛੜਯੰਤਰ ਉਹਨੂੰ ਕਹਿੰਦੇ ਆ ਜੇ ਕਿਸੇ ਦੇ ਉੱਤੇ ਨਜਾਇਜ਼ ਪੋਲੀਟੀਕਲ ਫੜ ਕੇ ਉਹਨੂੰ ਅੰਦਰ ਦਿੱਤਾ ਹੋਵੇ। ਛੜਯੰਤਰ ਉਹਨੂੰ ਕਹਿੰਦੇ ਆ ਕਿ ਉਸ ਪਰਿਵਾਰ ਦੇ ਉੱਤੇ ਪੋਲੀਟੀਕਲ ਕੋਈ ਕੇਸ ਬਣਿਆ ਹੋਵੇ। ਇਹ ਤਾਂ ਪੋਲੀਟੀਕਲ ਕੇਸ ਹੀ ਹੈ ਨਹੀਂ, ਇਹ ਤਾਂ ਡਰੱਗ ਦਾ ਕੇਸ ਆ। ਇਹਦਾ ਨਾਂ ਈਡੀ ਦੇ ਵਿੱਚ ਚੱਲਿਆ। ਈਡੀ ਵਾਲੇ ਇਨਕੁਆਇਰੀ ਕੀਤੀ, ਉਹਦੇ ਬਾਅਦ STF ਬਣ ਗਈ। STF ਤੋਂ ਬਾਅਦ ਕਈ ਕੁਛ ਇਨਕੁਆਇਰੀਆਂ ਹੋ ਗਈਆਂ। ਉਹਨਾਂ ਇਨਕੁਆਇਰੀਆਂ ਹੋਣ ਦੇ ਬਾਅਦ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ, ਇੱਕ ਮਿੰਟ ਮੈਂ ਕੱਢ ਵੀ ਲੈਣਾ। ਹਾਈ ਕੋਰਟ ਨੇ ਜਿਹੜਾ ਆਰਡਰ ਕੀਤੇ ਨੇ ਅਤੇ ਉਹਨਾਂ ਨੂੰ ਜੇ ਤੁਸੀਂ, ਮੈਂ ਤਾਂ ਇੱਕ ਦਿਨ ਇੱਕ ਪ੍ਰੈਸ ਵਾਲਾ ਵੀ ਆਇਆ ਸੀ, ਮੈਂ ਕਿਹਾ ਯਾਰ ਆਹ ਮੈਂ ਤੈਨੂੰ ਆਰਡਰ ਪੜ੍ਹ ਕੇ ਅਤੇ ਉਹਨੂੰ ਮੈਂ ਕਿਹਾ ਕਿ ਜੇ ਇਹਦੇ 'ਚ ਸੁਖਜਿੰਦਰ ਸਿੰਘ ਰੰਧਾਵੇ ਦਾ ਕੋਈ ਦੋਸ਼ ਆ, ਹੁਣ ਜਿਹੜੀਆਂ ਇਨਕੁਆਇਰੀਆਂ ਚੱਲਦੀਆਂ, ਹੁਣ ਕੋਰਟ ਦੇ ਵਿੱਚ ਜੇ ਕੋਈ ਕੇਸ ਜਾਂਦਾ ਅਤੇ ਕੋਰਟ ਜਿਹੜੀ ਆ ਉਹਨੂੰ ਸਜ਼ਾ ਦਿੰਦੀ, ਉਹਨੂੰ ਛੱਡਦੀ, ਉਹ ਕੋਰਟ ਦਾ ਕੰਮ ਹੈ, ਉਹ ਸਾਡਾ ਕੰਮ ਨਹੀਂ। ਅਤੇ ਜੇ ਅਸੀਂ ਪੁਲਿਸ ਵਾਲੇ ਕੀਤਾ ਅਤੇ ਉਹ ਫਿਰ ਸਾਡਾ ਬਣਦਾ। ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਇਹਦੇ 'ਚ ਲਿਖਿਆ ਇਨ ਦਾ ਗਿਵਨ ਫੈਕਚੁਅਲ background of the case, I do not find any irregularity, infirmity or illegality in the opinion ordered by the learned Advocate General Punjab as detailed in FIR number 2 dated 2021. In my considered opinion, there is indeed to no embargo or bar upon the state government for proceeding to register FIR against the petitioner. ਇਹ ਤਾਂ ਕਲੀਅਰ ਕੱਟ ਕੀ ਮੈਂ ਖੁਦ ਕਿਹਾ ਸੀ। In case it has found that there is sufficient material to proceed against him. There is a specific observation by the division bench of this High Court that the law enforcement agencies shall proceed strictly in accordance with the law. ਇਹਦੇ 'ਚ ਹੁਣ ਵੈਂਡੇਟਾ ਕੀ ਹੋਇਆ ਜੀ? ਇਹ ਤੁਸੀਂ ਮੈਨੂੰ ਦੱਸ ਦਿਓ ਕਿ ਵੈਂਡੇਟਾ ਇਹਦਾ ਮਤਲਬ ਹਾਈ ਕੋਰਟ ਵੈਂਡੇਟਾ ਕਰ ਲੱਗ ਪਈ। ਜੇ ਤੇ ਹਾਈ ਕੋਰਟ ਕੋਈ ਸਟ੍ਰਕਚਰ ਪਾਸ ਕਰਦੀ ਤੇ ਫਿਰ ਹੋਣਾ ਸੀ ਵੈਂਡੇਟਾ ਅਸੀਂ ਕੀਤਾ।
ਤੇ ਹਾਈ ਕੋਰਟ ਨੇ ਤੇ ਬੜਾ ਕਲੀਅਰ ਕੱਟ ਉਹਨਾਂ ਨੇ ਕਹਿ ਦਿੱਤਾ ਤੇ ਉਹਦੇ ਬਾਅਦ ਇਹਦੇ 'ਚ ਤੁਸੀਂ ਡਿਬੇਟ ਕਰ ਸਕਦੇ। ਸਰਕਾਰਾਂ ਧੱਕਾ ਵੀ ਕਰਦੀਆਂ ਨੇ ਕਦੀ ਕਿਸੇ ਨਾਲ ਜਾਂ ਕਿਤੇ ਜਿੱਥੋਂ ਜ਼ੋਰ ਪਏ, ਕਿਉਂਕਿ ਜੇ ਤੁਸੀਂ ਹੁਣ ਆ ਕੇ ਗਵਰਨਮੈਂਟ ਜਾਂ ਸਟਾਰਟਿੰਗ ਦੇ ਵਿੱਚ ਨਾ ਐਕਸ਼ਨ ਲਿਆ ਜਾਂਦਾ, ਪ੍ਰੈਸ਼ਰ ਨਾ ਬਣਦਾ, ਤੇ ਫਿਰ ਹੁਣ ਜਾ ਕੇ ਲੋਕਾਂ ਨੂੰ ਜਵਾਬ ਕੀ ਦੇਣਾ ਸੀ ਵੀ ਬਈ ਜਦੋਂ ਸਟਾਰਟਿੰਗ 'ਚ ਤੇ ਕਿਹਾ ਸੀ ਵੀ ਇੱਕ ਵਾਰੀ ਸਰਕਾਰ ਆਉਣ ਦਿਓ, ਦੇਖੋ ਫਟਫਟ ਅੰਦਰ ਕਿੱਦਾਂ ਕਰਦੇ। ਇਹਦਾ ਜਵਾਬ ਮੇਰੇ ਖਿਆਲ ਕਿ ਆ ਜਿਹੜਾ ਆਰਡਰ ਆਇਆ ਹਾਂਜੀ, ਇਹ ਤੁਸੀਂ ਕੈਪਟਨ ਸਾਹਿਬ ਕੋਲ ਵੀ ਲੈ ਜਾਓ ਤੇ ਇਹਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਦੇਗਾ ਕਿ ਜਿਹੜੀ ਤੁਸੀਂ ਕਸਮ ਖਾਦੀ ਕਿ ਮੈਂ 6 ਹਫ਼ਤਿਆਂ 'ਚ ਕਿ 4 ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰ ਦਿਆਂਗਾ, ਤੇ ਆਪਣੇ ਭਤੀਜੇ ਨੂੰ ਤੇ ਉਹੀ ਬਚਾਉਂਦੇ ਰਹੇ। ਸਾਡੀ ਮੇਰੀ ਲੜਾਈ ਕਾਹਦੀ ਸੀ ਅਮਰਿੰਦਰ ਸਿੰਘ ਨਾਲ? ਮੈਂ ਕਹਿੰਦਾ ਜੇ ਅਸੀਂ ਕਸਮ ਖਾਦੀ ਕੈਪਟਨ ਸਾਹਿਬ ਤੁਹਾਡੇ ਨਾਲ ਅਸੀਂ ਵੀ ਉਨੇ ਹੀ ਗੁਨਾਹਗਾਰ ਹਾਂ ਜਿੰਨੇ ਤੁਸੀਂ ਗੁਨਾਹਗਾਰ ਹੋ, ਸਾਨੂੰ ਵੀ ਲੋਕ ਪੁੱਛਦੇ ਨੇ ਤੇ ਇਹਦੇ ਤੇ ਕੋਈ ਐਕਸ਼ਨ ਤੇ ਕਰ ਦਈਏ। ਕੀ ਕਹਿੰਦਾ ਮੈਂ ਗੋਲੀ ਮਾਰਦਾ? ਇਹ ਕੋਈ ਜਵਾਬ ਸੀ। ਕਿੰਨੀ ਕੁ ਵਾਰੀ ਗਏ ਤੁਸੀਂ ਕੈਪਟਨ ਸਾਹਿਬ ਇਸ ਮਸਲੇ ਤੇ? ਮਜੀਠੀਆ ਸਾਹਿਬ ਦੇ ਮਸਲੇ ਤੇ ਮਜੀਠੀਆ ਕਰਕੇ ਨਹੀਂ, ਉਹਨਾਂ ਨੂੰ ਕਿਹਾ ਸੀ, ਮਜੀਠੀਆ ਕਰਕੇ ਨਹੀਂ ਕੀਤੀ। ਉਹਨਾਂ ਕਿਹਾ ਸੀ ਜਿਹੜੇ ਆਪਾਂ ਡਰੱਗ ਕਰਕੇ ਕਿੰਨੀ ਡਰੱਗ ਕਰਕੇ ਮੇਰਾ ਖਿਆਲ ਮੈਂ ਤ੍ਰਿਪਤ ਬਾਜਵਾ ਸੁਖ ਸਰਕਾਰ ਗਿਆ, ਅਸੀਂ ਮੇਰੇ ਖਿਆਲ ਕੋਈ 100-150 ਵਾਲੀ ਗੱਲ ਕੀਤੀ ਹੋਣੀ ਆ। ਔਰ ਹਰ ਮੀਟਿੰਗ 'ਚ ਹੀ ਸਾਡੀ ਇਹਨਾਂ ਦਾ ਤੂੰ ਮੈਂ ਹੋ ਕੇ ਉੱਠਦੇ ਰਹੇ ਹਾਂ ਅਸੀਂ ਕਿ ਜੇ ਬਰਗਾੜੀ ਦਾ ਇਸ਼ੂ ਆ ਜੀ ਜਾਂ ਉੱਥੇ ਦਾ ਇਸ਼ੂ ਆ ਬਰਗਾੜੀ ਆਪਣਾ ਇਹ ਬੁਰਜ ਜਵਾਹਰ ਸਿੰਘ ਵਾਲਾ, ਹਾਂਜੀ, ਤੇ ਕਿਵੇਂ ਹੀ ਹੈ ਕਿ ਕਿਉਂ ਨਹੀਂ ਐਕਸ਼ਨ ਕਰਦੇ ਜੀ? ਅਸੀਂ ਲੜਾਈ ਲੜ ਕੇ ਕਿੰਨੀ ਅਸੈਂਬਲੀ 'ਚ ਅਸੀਂ ਉਦੋਂ ਕੀਤਾ, ਤੇ ਕੈਪਟਨ ਅਮਰਿੰਦਰ ਸਿੰਘ ਦੀ 4 ਲਾਈਨਾਂ ਦੀ ਸਪੀਚ ਸੀ। ਯਾਰ ਸਿੱਖ ਕੌਮ ਦੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏ ਤੇ ਮੁੱਖ ਮੰਤਰੀ ਉਹਦੇ ਤੇ ਡਿਟੇਲਡ ਬੋਲੇ ਨਾ, ਇਹਦਾ ਮਤਲਬ ਬੇਈਮਾਨ ਸੀ। ਮਤਲਬ 4.5 ਸਾਲ ਉਹਦੇ ਕਹਿਣਾ ਕਮਿਸ਼ਨ ਦੀ ਰਿਪੋਰਟ ਨੂੰ 2-2 ਰੁਪਏ 'ਚ ਵੇਚਣ ਦੇ, ਪੈਰਾਂ 'ਚ ਰੋਲਣ ਦੇ ਨੇ, ਜਿੱਥੇ ਕਈ ਵਾਰਾਂ ਗੁਰੂ ਗ੍ਰੰਥ ਸਾਹਿਬ ਆਇਆ ਕਿ ਨਹੀਂ ਜਿਹੜੀ ਉਹਦੀ ਕਮੇਟੀ ਦੇ ਵਿੱਚ, ਬਿਲਕੁਲ ਜੀ, ਉਹਦੇ ਕਮਿਸ਼ਨ ਦੀ ਇਹਨਾਂ ਨੇ ਪੈਰਾਂ 'ਚ ਰੋਲੀਆਂ ਸੀ ਕਿ ਨਹੀਂ, ਸੁੱਟੀਆਂ ਕਿ ਨਹੀਂ ਉੱਪਰ ਨੂੰ। ਹੁਣ ਤੁਸੀਂ ਲੋਕਾਂ ਕੋਲੋਂ 4.5 ਸਾਲ ਦੇ ਬਿਹਾਫ ਤੇ ਵੋਟਾਂ ਮੰਗੋਗੇ ਜਾਂ 111 ਦਿਨਾਂ ਦੇ ਬਿਹਾਫ ਤੇ? ਮੈਂ ਤਾਂ ਹੁਣ 111 ਦਿਨਾਂ ਦੀ 4.5 ਸਾਲ ਤੇ ਅਮਰਿੰਦਰ ਸਿੰਘ ਤੇ ਅਕਾਲੀ ਇਕੱਠੇ ਰਲ ਕੇ ਕਰਦੇ ਰਹੇ ਨੇ। ਹੁਣ ਚੰਨੀ ਸਾਹਿਬ ਦੇ ਕੰਮਾਂ ਤੋਂ ਸੰਤੁਸ਼ਟ ਹੋ? ਮੈਂ ਤਾਂ ਬਿਲਕੁਲ ਸੰਤੁਸ਼ਟ ਹਾਂ। ਤੁਸੀਂ ਦੱਸੋ ਕਿ ਜਿਹੜਾ ਉਹਨੇ ਮਾੜਾ ਕੰਮ ਕੀਤਾ ਉਹਦੇ ਬਾਰੇ ਡਿਬੇਟ ਕਰ ਲੈਂਦੇ। ਪਰ ਲੋਕੀ ਕੀ ਕਹਿੰਦੇ ਨੇ ਵੀ ਫਲੈਕਸ ਬੋਰਡ ਜ਼ਿਆਦਾ ਲੱਗੇ, ਕੰਮ ਉਹਨੇ ਨਹੀਂ ਹੋਏ। ਵੇਖੋ ਜਿਹੜੀ ਲੋਕਾਂ ਦੇ ਡਿਫਾਲਟਰ ਸੀਗੇ ਉਹ ਬਿੱਲ ਮਾਫ ਹੋਏ ਕਿ ਨਹੀਂ 1500 ਕਰੋੜ ਦੇ, 3 ਰੁਪਏ ਬਿਜਲੀ ਘਟੀ ਕਿ ਨਹੀਂ? ਨੌਕਰੀਆਂ ਵਾਲਿਆਂ ਨੂੰ ਇਤਰਾਜ਼ ਆ, ਕਹਿੰਦੇ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਪਰ ਬੋਰਡ ਲਾ ਦਿੱਤੇ। 111 ਦਿਨਾਂ 'ਚ ਅਸੀਂ ਕੀ ਕਰ ਦਿੰਦੇ? ਅਸੀਂ ਤੇ ਜਿੰਨਾ ਕਿ ਹੈਗਾ ਸੀ ਸਾਨੂੰ ਤੇ ਬੈਠਣਾ ਵੀ ਨਹੀਂ ਮਿਲਿਆ। ਅਸੀਂ ਤਾਂ ਭੱਜੀ ਫਿਰਦੇ ਰਹੇ ਮੀਟਿੰਗਾਂ ਕਰ ਕਰਕੇ, ਜਿਹੜੇ ਗੰਦ ਕੈਪਟਨ ਅਮਰਿੰਦਰ ਸਿੰਘ ਦਾ ਉਹੀ ਸਾਫ਼ ਕਰਦੇ ਰਹੇ। ਅੱਛਾ, ਮਜੀਠੀਆ ਸਾਹਿਬ ਦੀ ਤੁਸੀਂ ਗੱਲ ਕਰਦੇ ਸੀ, ਹੁਣ ਉਹ ਅੰਮ੍ਰਿਤਸਰ ਈਸਟ ਤੋਂ ਤੁਹਾਡੀ ਪਾਰਟੀ ਦੇ ਪ੍ਰਧਾਨ ਉਹਨਾਂ ਦੇ ਖਿਲਾਫ ਚੋਣ ਲੜ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਖਿਆਲ? ਵੇਖੋ ਉਹਨਾਂ ਨੂੰ ਅਕਾਲੀ ਦਲ ਨੂੰ ਉੱਥੇ ਕੋਈ ਕੈਂਡੀਡੇਟ ਨਹੀਂ ਸੀ ਲੱਭ ਰਿਹਾ, ਉਹਨਾਂ ਨੇ ਆਪਣੀ ਇੱਜ਼ਤ ਬਚਾਉਣੀ ਸੀ। ਅੱਛਾ ਜੀ। ਤੇ ਜੇ ਇੰਨੇ ਹੀ ਸੀਰੀਅਸ ਹੈ ਅਕਾਲੀ ਦਲ ਤੇ ਇਹਨੂੰ ਉੱਥੋਂ ਮਜੀਠੇ ਤੋਂ ਕਿਸੇ ਹੋਰ ਨੂੰ ਖੜੇ ਕਰਨ, ਇਹਨੂੰ ਇੱਥੇ ਖੜੇ ਕਰਨ, ਫਿਰ ਪਤਾ ਲੱਗੇਗਾ। ਹੁਣ ਕੀ ਲੱਗਦਾ ਅੰਮ੍ਰਿਤਸਰ ਈਸਟ ਤੇ ਕਿੱਦਾਂ ਦਾ ਮੁਕਾਬਲਾ ਹੋਊਗਾ? ਵੇਖੋ ਉਹਨੂੰ ਸਿੱਧੂ ਨੂੰ ਕੌਣ ਹਰਾ ਸਕਦਾ? ਜੇ ਹੈ ਹੀ ਨਹੀਂ ਉਹਦੇ ਮੁਕਾਬਲੇ ਦਾ ਹੀ ਨਹੀਂ ਉਸ 'ਚ। ਹੁਣ ਪਰ ਜੇ ਅੰਮ੍ਰਿਤਸਰ ਈਸਟ ਦੀ ਗੱਲ ਕਰੀਏ, ਉੱਥੇ ਸਾਰੀ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰ ਲਾਉਣਾ, ਸੁਣਨ 'ਚ ਇਹ ਵੀ ਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਤੇ ਭਾਜਪਾ ਵੀ ਆਪਣਾ ਜ਼ੋਰ ਲਾਉਗੀ, ਸਾਰੇ ਥਾਂ ਕਰੇਗਾ, ਉਹ ਇਕੱਠੇ ਹੋ ਕੇ ਇਦਾਂ ਕਰਨਗੇ। ਹੁਣ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ, ਉਹੀ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਆ ਕੇ ਲੱਗਦਾ ਵੀ ਰੱਜ ਕੇ ਪ੍ਰਚਾਰ ਵੀ ਹੋਣਾ ਚਾਹੀਦਾ। ਅਸੀਂ ਸਾਰੇ ਆਪਣੇ ਪ੍ਰਧਾਨ ਦੇ ਨਾਲ ਆ, ਇੱਕ ਦਿਨ ਅਸੀਂ ਸਾਰੇ ਜਾ ਕੇ ਲਾਵਾਂਗੇ। ਉੱਥੇ ਜਾ ਕੇ ਲਾਵਾਂਗੇ ਇੱਕ ਨਹੀਂ, ਅਸੀਂ 5-5 6-6 ਇਕੱਠੇ ਹੋ ਕੇ ਜਾਵਾਂਗੇ। ਅੱਛਾ ਜੀ। ਹਾਂ, ਕਿਉਂਕਿ ਅੰਮ੍ਰਿਤਸਰ ਈਸਟ ਜਿੱਦਾਂ ਦਾ ਹੁਣ ਮਾਹੌਲ ਬਣਿਆ ਪਿਆ, ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਜਾਣਾ ਪੈਣਾ, ਉਹ ਕਾਫੀ ਪੂਰੇ ਪੰਜਾਬ ਦੀ ਹੌਟ ਸੀਟ ਬਣ ਗਈ। ਜਿਹੜੀ ਉਹਨੂੰ ਸਿੱਧੂ ਨੂੰ ਮਿਸਿਸ ਸਿੱਧੂ ਹੈਗੀ ਆ, ਉਹੋ ਹੀ ਇਹਦੀ ਬੋਲਤੀ ਬੰਦ ਕਰ ਦੇਣਗੇ। ਅੱਛਾ ਜੀ। ਅੱਛਾ, ਤੁਹਾਡੇ ਨਾਲ ਸਿੱਧੂ ਸਾਹਿਬ ਦੇ ਚਰਚਾ ਚੱਲਦੀ ਕਿ ਜਦੋਂ ਦੀ ਨਵੀਂ ਸਰਕਾਰ ਬਣੀ ਥੋੜੇ ਜਿਹੇ ਵਖਰੇਵੇਂ ਪੈ ਗਏ, ਇਹਦਾ ਕੀ ਸੱਚ? ਵਖਰੇਵੇਂ ਭਰਾਵਾਂ 'ਚ ਪੈਂਦੇ। ਮੇਰਾ ਵੱਡਾ ਭਰਾ ਅਕਾਲੀ ਦਲ 'ਚ ਚਲਾ ਗਿਆ, ਅੱਜ ਅਸੀਂ ਫੇਰ ਇਕੱਠੇ ਹਾਂ, ਤੇ ਮੇਰੇ ਤੇ ਸਿੱਧੂ ਦੇ ਅੱਜ ਦੇ ਰਿਲੇਸ਼ਨ ਨਹੀਂ ਗੇ। ਅੱਛਾ ਜੀ। ਸਾਡੇ 1980 ਦੇ ਉਦੋਂ ਸਾਡੇ ਪਰਿਵਾਰਕ ਰਿਲੇਸ਼ਨ ਨੇ। ਇਹ 'ਚ ਕਿੰਨੀ ਕੁ ਸੱਚਾਈ ਆ ਵੀ ਮੁੱਖ ਮੰਤਰੀ ਤੁਸੀਂ ਬਣਦੇ ਰਹਿ ਗਏ ਕਿ ਜਾਂ ਫਿਰ ਕੀ ਤੁਹਾਨੂੰ ਲੱਗਦਾ ਸੀ ਉਦੋਂ? ਇਹੋ ਜਿਹੀ ਕੋਈ ਗੱਲ ਨਹੀਂ। ਵੇਖੋ ਗੱਲ ਸੁਣੋ, ਮੇਰੇ ਫਾਦਰ ਜਿਹੜੇ ਨੇ ਕਿੰਨੇ ਸਾਲ ਮਿਨਿਸਟਰ ਰਹਿ ਗਏ, ਪ੍ਰਧਾਨ ਰਹਿ ਗਏ। ਇਹ ਜਦੋਂ ਚੀਜ਼ਾਂ ਆਉਣੀਆਂ ਆਉਂਦੀਆਂ ਗੁਰੂ ਮਹਾਰਾਜ ਆਪਣੇ ਆਪ ਹੀ ਭੇਜ ਦਿੰਦਾ, ਕਿਸੇ ਦੇ ਕਿਹਾਂ ਆਉਂਦੀਆਂ ਨਹੀਂ ਤੇ ਕਿਸੇ ਦੇ ਖੋਇਆ ਖੁੱਸਦੀਆਂ ਨਹੀਂ। ਤੁਹਾਨੂੰ ਮੌਕਾ ਮਿਲੇ ਮੁੱਖ ਮੰਤਰੀ ਬਣੋਗੇ? ਮੇਰਾ ਮੁੱਖ ਮੰਤਰੀ ਬਣਦਾ ਨਹੀਂ, ਮੈਂ ਤਾਂ ਇਹੋ ਹੀ ਆ ਕਿ ਸਰਕਾਰ ਬਣੇ, ਹੋਮ ਮਿਨਿਸਟਰ ਬਣੀਏ, ਤੇ ਜਿਹੜੀਆਂ ਬੇਦਬੀਆਂ ਦੇ ਕੇਸ ਰਹਿ ਗਏ ਨੇ ਤੇ ਨਸ਼ੇ ਵਾਲੇ ਰਹਿ ਗਏ ਨੇ ਬਾਹਰ, ਇਹਨਾਂ ਨੂੰ ਫੜ ਕੇ ਅੰਦਰ ਦੇਵਾਂ। 5 ਸਾਲਾਂ 'ਚ ਹੱਲ ਹੋ ਜਾਣਗੇ? 5 ਸਾਲ ਕੀ ਬਹੁਤ ਦੂਰ ਲੰਬੀ ਗੱਲ ਹੁੰਦੀ ਆ।
ਮੈਂ ਤੇ ਕਿਤੇ ਇਦਾਂ ਤਾਂ ਨਹੀਂ ਅਖੀਰਲੇ 6 ਮਹੀਨਿਆਂ 'ਚ ਜਾ ਕੇ ਹੱਲ ਹੋਣਗੇ? ਬਿਲਕੁਲ ਜਿਹੜੇ ਅਖੀਰਲੇ 6 ਮਹੀਨੇ ਉਹ ਬੇਵਕੂਫੀ ਆ। ਜੇ ਪਹਿਲਿਆਂ ਦਿਨਾਂ 'ਚ ਕੰਮ ਕਰ ਜੋ ਉਹੀ ਕੰਮ ਹੁੰਦੇ ਨੇ। ਅਖੀਰਲੇ ਜਿਹੜੇ ਕੰਮ ਕਰਨੇ ਆ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਹੁੰਦੇ, ਉਹ ਲੋਕ ਬਣਦੇ ਨਹੀਂ। ਤੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ ਉਹ ਪਹਿਲੇ ਜਿਹੜੇ 6 ਮਹੀਨੇ 'ਚ ਕਰ ਦਿੱਤੇ, ਉਹ ਲੋਕਾਂ ਦੇ ਅਸਲੀ ਕੰਮ ਉਹ ਹੁੰਦੇ ਨੇ। ਬਿਲਕੁਲ ਠੀਕ। ਪ੍ਰਤਾਪ ਸਿੰਘ ਬਾਜਵਾ ਹੋਣੀ ਕਹਿੰਦੇ ਨੇ ਕਿ ਮੈਂ ਵੀ ਸੀਐਮ ਬਣ ਸਕਦਾ। ਮੈਂ ਜੀ ਕੋਈ ਬਣੇ, ਕਿਸ ਨੂੰ ਕਹਿੰਦੇ ਨਾ ਕਰਦੀ, ਮੈਨੂੰ ਤਾਂ ਕੋਈ ਉਹਨਾਂ ਦੇ ਬਣ 'ਚ ਕੋਈ ਹੈ ਨਹੀਂ ਕਿ ਸਾਡੇ ਸਗੋਂ ਚੰਗਾ ਗੁਰਦਾਸਪੁਰ ਜੀ ਆ ਜੇ। ਪਰ ਕੀ ਲੱਗਦਾ ਕਿ ਹੁਣ ਹਾਈ ਕਮਾਂਡ ਸੀਐਮ ਚਿਹਰਾ ਅਨਾਉਂਸ ਕਰ ਦੂਗੀ? ਉਹਨਾਂ ਨੇ ਕੱਲ ਰਾਹੁਲ ਜੀ ਕਹਿ ਕੇ ਗਏ ਨੇ, ਜ਼ਰੂਰ ਕਰਨਗੇ। ਅੱਛਾ, ਜਿਹੜਾ ਹੁਣ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਭੈਣ ਸਾਹਮਣੇ ਆਈ ਆ, ਇਹ ਜਿਹੜਾ ਮਿਆਰ ਦੀ ਅਸੀਂ ਸਟਾਰਟਿੰਗ 'ਚ ਗੱਲ ਕੀਤੀ ਕਿ ਮਿਆਰ ਕਿਸ ਲੈਵਲ ਤੇ ਪੋਲਿਟਿਕਸ ਦਾ ਪਹੁੰਚ ਗਿਆ, ਇਹਦੇ ਬਾਰੇ ਕੀ ਲੱਗਦਾ? ਅਕਾਲੀ ਦਲ ਬੜਾ ਘਟੀਆ ਹਥਿਆਰ ਤਾਂ ਪਹੁੰਚ ਸਕਦਾ, ਬੀਜੇਪੀ ਉਹਦੇ ਤੋਂ ਵੀ ਘਟੀਆ ਪਹੁੰਚ ਸਕਦੀ ਆ। ਤੇ ਪਰਸਨਲ ਜਿਹੜੇ ਇਹੋ ਜਿਹੇ ਇਕੱਠੇ ਕਰਕੇ ਕਿ 5 ਸਾਲ ਨਾ ਬੁਲਾ ਕੇ ਖੀਚ ਲੈ ਕੇ ਆਉਣਾ, ਇਹ ਉਹਨਾਂ ਦੀ ਬੁਖਲਾਹਟ ਆ। ਔਰ ਮੈਂ ਇਸ ਪਰਿਵਾਰ ਨੂੰ ਜਾਣਦਾ। ਇਹ ਜਿਹੜੀਆਂ ਭੈਣਾਂ ਨੇ, ਮਾਂ ਇੱਕ ਚੋਂ ਨੇ, ਬਾਪ ਦੋ ਸੀਗੇ। ਅੱਛਾ ਜੀ। ਸਰਦਾਰ ਭਗਵੰਤ ਸਿੰਘ ਸਿੱਧੂ, ਇਹਦੇ ਨਵਜੋਤ ਦੇ ਪਿਤਾ ਜੀ, ਅੱਛਾ ਜੀ, ਮੇਰੇ ਪਿਤਾ ਜੀ ਤੇ ਸਰਦਾਰ ਦਰਬਾਰਾ ਸਿੰਘ ਜੀ, ਇਹ ਬੜੇ ਬੈਸਟ ਫਰੈਂਡ ਸੀਗੇ। ਔਰ ਮੈਂ ਇਹਨਾਂ ਦੇ ਘਰ 'ਚ ਛੋਟੇ ਹੁੰਦੇ ਮੇਰੇ ਮਦਰ ਵੀ ਜਾਂਦੇ ਰਹੇ, ਕਿਉਂਕਿ ਇਹਨਾਂ ਦੇ ਮਦਰ ਵੀ ਬੀਬੀ ਨਿਰਮਲ ਭਗਵੰਤ ਸਿੰਘ, ਉਹ ਵੀ ਬੜੇ ਚੰਗੇ ਸੀਗੇ। ਉਹਨਾਂ ਦੇ ਨਾਲ ਸਾਡੇ ਘਰ ਦੇ ਪਰਿਵਾਰਕ ਰਿਲੇਸ਼ਨ ਸੀਗੇ। ਤੇ ਮੇਰੇ ਕੋਲ ਸਿੱਧੂ ਸਾਹਿਬ ਵੀ ਜਦੋਂ 8 ਨੰਬਰ 43 ਨੰਬਰ ਕੋਠੀ 'ਚ ਸੀਗੇ, ਉੱਥੇ ਇਹ ਵੀ ਆਉਂਦੇ ਰਹੇ। ਤੇ ਮੈਂ ਇਹਨਾਂ ਦਾ ਜਿਹੜਾ ਘਰ ਪਟਿਆਲੇ ਵਾਲਾ, ਮੈਂ ਤੇ ਬਹੁਤ ਵਾਰੀ ਗਿਆ ਆਪਣੇ ਫਾਦਰ ਦੇ ਨਾਲ। ਇਹ ਬਾਅਦ 'ਚ ਕ੍ਰਿਕਟ 'ਚ ਚਲਾ ਗਏ, ਸਕੂਲ 'ਚ ਚਲੇ ਜਾਂਦੇ ਸੀ ਪੜ੍ਹਨ। ਤੇ ਜਿਸ ਵੇਲੇ ਵੀ ਕਿਤੇ ਪਟਿਆਲੇ ਮੈਂ ਜਾਂਦੇ ਸੀਗੇ ਤੇ ਉਸ ਵੇਲੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਕਰਕੇ ਮੇਰੇ ਮਦਰ ਵੀ ਨਾਲ ਮੱਥਾ ਟੇਕਣ ਦੀ, ਤੇ ਅਸੀਂ ਉੱਥੇ ਜਾਂਦੇ ਸੀ। ਤੋ ਇਸ ਕਰਕੇ ਮੇਰੀ ਭੈਣ ਨੇ ਇਹ ਕੋਈ ਠੀਕ ਨਹੀਂ ਕੀਤਾ ਜਿਹੜਾ ਆਪਣੇ ਭਰਾ ਤੇ ਇਹੋ ਜਿਹੇ ਐਲੀਗੇਸ਼ਨ ਲਾਉਣੇ। ਅੱਛਾ, ਤੁਹਾਨੂੰ ਕੀ ਲੱਗਦਾ ਰਾਹੁਲ ਗਾਂਧੀ ਆਉਂਦੇ ਨੇ ਪੰਜਾਬ ਦੇ ਵਿੱਚ, ਆਉਂਦੇ ਨੇ, ਸਰਗਰਮੀ ਕਰਦੇ ਨੇ, ਸ਼ਾਮ ਨੂੰ ਟਵੀਟ ਕਰਦੇ ਨੇ ਕਿ ਸੀਐਮ ਚਿਹਰੇ ਦਾ ਐਲਾਨ ਜਲਦੀ, ਤੇ ਅਗਲੇ ਦਿਨ 11 ਵਜੇ 33 ਸਾਲ ਪਹਿਲਾਂ ਇੱਕ ਵਾਕਿਆ ਹੋਇਆ, ਉਹਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਭੈਣ ਸਾਹਮਣੇ ਆ ਜਾਂਦੀ ਆ। ਇਹ ਜਿਹੜੀਆਂ ਕੜੀਆਂ ਜੁੜ ਰਹੀਆਂ ਨੇ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੇ ਪ੍ਰਧਾਨ ਆਪਣੇ ਦੀ ਪਿੱਠ ਤੇ ਕਿਸ ਤਰੀਕੇ ਨਾਲ ਖੜੋਗੇ? ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਦੇ ਨਾਲ ਖੜੇ ਆ। ਮੈਂ ਤਾਂ ਫੈਮਿਲੀ ਬੈਕਗਰਾਉਂਡ ਵੀ ਦੱਸ ਦਿੱਤੀ ਆ। ਜੋ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਵੇਖੋ, ਬੜਾ ਕਲੀਅਰ ਕੱਟ ਹੁੰਦਾ ਕਿ ਪਰਿਵਾਰ ਦੇ ਵਿੱਚ ਬਾਪ ਨੇ ਜਿਹਨੂੰ ਪ੍ਰਾਪਰਟੀ ਦੇਣੀ ਆ ਜਾਂ ਜਿਹਨੂੰ ਉਹੀ ਹੁੰਦੀ ਆ। ਦੋਨਾਂ ਵਿਆਹ ਕੀਤੇ ਹੋਣਗੇ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਪਰ ਨਵਜੋਤ ਸਿੰਘ ਸਿੱਧੂ ਦੇ ਪਿਤਾ ਜੀ ਏਡੇ ਇੰਟੈਲੀਜੈਂਟ ਔਰ ਇਮਾਨਦਾਰ ਐਡਵੋਕੇਟ ਜਨਰਲ ਰਹੇ ਨੇ, ਤੇ ਸਿੱਧੂ ਆਪਣੇ ਬਾਪ ਦੇ ਰਾਹ ਤੇ ਚੱਲਦਾ ਜੀ। ਅੱਛਾ, ਤੁਹਾਡੇ ਸਹਿਯੋਗੀ ਨੇ ਇੱਥੋਂ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਵੀ ਕੈਬਨਿਟ ਮਿਨਿਸਟਰ ਰਹਿ ਚੁੱਕੇ ਨੇ। ਪਰ ਹੁਣ ਅੱਜ ਕੱਲ੍ਹ ਜਿਹੜੀ ਸਿਆਸਤ ਚੱਲਦੀ ਪਈ ਆ ਬਟਾਲੇ ਹਲਕੇ 'ਚ ਤੇ ਫਤਿਹਗੜ੍ਹ, ਤੁਹਾਡੇ ਗੁਆਂਢ 'ਚ ਪੈਂਦੇ ਨੇ ਕਿ ਤੁਸੀਂ ਹੁਣ ਪੰਜਾਬ ਦੇ ਡਿਪਟੀ ਸੀਐਮ ਹੋ, ਤੁਹਾਡੇ ਉੱਤੇ ਕਾਂਗਰਸ ਦੀਆਂ ਹੁਣ ਜ਼ਿੰਮੇਵਾਰੀਆਂ ਜ਼ਿਆਦਾ ਨੇ। ਕੋਈ ਵੀ ਗੱਲ ਆਉਂਦੀ ਹੈ ਕਾਂਗਰਸ ਦੀਆਂ ਤੁਹਾਡੇ ਤੇ, ਉਹ ਸਾਰੇ ਪੰਜਾਬ ਤੇ, ਸਾਰੀ ਕਾਂਗਰਸ ਤੇ ਅਸਰ ਪਾਊਗੀ। ਇਹ ਬਾਜਵਾ ਸਾਹਿਬ ਚਾਹੁੰਦੇ ਨੇ ਬਟਾਲੇ ਤੋਂ ਲੜਨਾ, ਟਿਕਟ ਉਹਨਾਂ ਨੂੰ ਪਾਰਟੀ ਨੇ ਇੱਥੋਂ ਦੇਤੀ ਆ। ਹੁਣ ਗੱਲ ਹੋਈ ਆ, ਉਹ ਕਹਿੰਦੇ ਮੈਨੂੰ ਪੁੱਛਿਆ ਮੈਂ ਕਿੱਥੇ, ਉਹ ਕਹਿੰਦੇ ਮੈਂ ਫਤਿਹਗੜ੍ਹ ਚੂੜ ਗਿਆ, ਬਬਲੂ ਉਹਨਾਂ ਦੇ ਘਰੇ ਬੈਠਾ, ਇਲੈਕਸ਼ਨ ਕੈਂਪੇਨ ਕਰ ਰਿਹਾ। ਅੱਛਾ ਜੀ। ਤੇ ਜੇ ਉਹਨਾਂ ਦੇ ਮਨ 'ਚ ਹੁੰਦੀ ਤਾਂ ਉਹਨਾਂ ਨੇ ਬਟਾਲੇ ਹੋਣਾ ਸੀ, ਉਹਨਾਂ ਫਤਿਹਗੜ੍ਹ ਚੂੜੀਆਂ ਕੀ ਕਰਨਾ ਸੀ? ਅੱਛਾ, ਇਹ ਫਿਰ ਰੌਲਾ ਹੀ, ਅਫਵਾਹਾਂ ਹੀ ਫੈਲ ਰਹੀਆਂ। ਅਫਵਾਹਾਂ ਨੇ, ਅਕਾਲੀ ਦਲ ਇਹੋ ਜਿਹੀਆਂ ਅਫਵਾਹਾਂ ਫੈਲਾ ਰਿਹਾ, ਕਿਉਂਕਿ ਅਕਾਲੀ ਦਲ ਦੇ ਹੁਣ ਪੱਲੇ ਕੁਛ ਨਹੀਂ। ਅੱਜ ਕਿਤੇ ਕਾਂਗਰਸ ਦਾ ਅਕਾਲੀ ਦਲ ਨਾਲ ਮੁਕਾਬਲਾ, ਕਿਤੇ ਆਮ ਆਦਮੀ ਪਾਰਟੀ ਦੇ ਨਾਲ, ਤੇ ਕਿਤੇ ਬੀਜੇਪੀ ਦੇ ਨਾਲ, ਤੇ 3 ਪਾਰਟੀਆਂ ਦੇ ਨਾਲ। ਫਿਰ ਤੁਸੀਂ ਵੇਖੋ ਕਿ ਕਾਂਗਰਸ ਫਿਰ ਸਭ ਤੋਂ ਅੱਗੇ ਹੀ ਹੋਈ ਜੀ। ਅੱਛਾ, ਕੈਪਟਨ ਸਾਹਿਬ ਹੁਣ ਤੁਹਾਡੇ ਇਲਾਕਿਆਂ 'ਚ ਬੰਦੇ ਖੜੇ ਕਰ ਰਹੇ ਨੇ ਸਾਰਿਆਂ ਥਾਵਾਂ ਦੇ ਉੱਤੇ, ਹੁਣ ਉਹ ਕਿੱਦਾਂ ਦਾ? ਕੈਪਟਨ ਸਾਹਿਬ ਆਪ ਹੀ ਸਾਰਿਆਂ ਥਾਵਾਂ ਤੇ ਖੜੇ ਹੋ ਜਾਣਾ ਚਾਹੀਦਾ, ਬਾਕੀ ਤਾਂ ਉਹਨਾਂ ਦੇ ਬੰਦਿਆਂ ਨੂੰ ਕੋਈ ਜਾਣਦਾ ਨਹੀਂ। ਪੰਜਾਬ ਲੋਕ ਕਾਂਗਰਸ ਪਤਾ ਨਹੀਂ ਕਿਹੜੀ, ਉਹਨਾਂ ਫਿਰ ਕਾਂਗਰਸ ਦਾ ਨਾਂ ਹੀ ਨਹੀਂ ਰੱਖਣਾ ਚਾਹੀਦਾ ਨਾਲ। ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ 9.5 ਸਾਲ ਚੀਫ ਮਿਨਿਸਟਰ ਬਣ ਕੇ ਉਸ ਬੰਦੇ ਨੂੰ ਲਿਆਂਦਾ ਕਾਂਗਰਸ ਦੇ ਵਿੱਚ। ਵੈਸੇ ਕਾਂਗਰਸੀਆਂ ਨੂੰ ਇਹ ਵੀ ਚਾਹੀਦਾ ਕਿ ਥੋੜ੍ਹਾ ਜਿਹਾ ਸੋਚ ਕੇ ਕਰਿਆ ਕਰਨ। ਮੇਰੇ ਫਾਦਰ ਨੇ ਉਸ ਵੇਲੇ ਰੋਕਿਆ ਸੀ, ਮਿਸੀ ਭੱਠਲ ਨੂੰ ਕਿਹਾ ਕਿ ਮਿਸੀ ਭੱਠਲ ਜਿਹੜਾ ਤੂੰ ਲੈ ਕੇ ਆਉਣ ਲੱਗੇ ਤੈਨੂੰ ਖਾਏਗਾ। ਤੇ ਮਿਸੀ ਭੱਠਲ ਨੇ ਵੀ ਮੈਨੂੰ ਇੱਕ ਦਿਨ ਕਿਹਾ, ਕਹਿੰਦੇ ਬਿਲਕੁਲ ਭਾਜੀ ਮੈਨੂੰ ਜੋ ਕਹਿ ਕੇ ਗਈ ਉਹੀ ਗੱਲ ਹੋਈ। ਕਹਿੰਦੀ ਮੈਂ ਇਹਨੂੰ ਜੁਆਇਨ ਕਰਿਆ ਤੇ 7 ਮਹੀਨਿਆਂ ਬਾਅਦ ਇਹ ਮੈਨੂੰ ਹੀ ਪੈ ਗਿਆ। ਅੱਛਾ, ਇਹ ਹੁਣ
ਸੀਐਮ ਚਿਹਰਾ ਇਹਦੇ ਨਾਲ ਸ਼ਾਇਦ ਕਾਂਗਰਸ ਪਾਰਟੀ ਨੂੰ ਅਸਰ ਪਏ, ਆਮ ਲੋਕਾਂ ਦੇ ਮੁੱਦਿਆਂ ਤੇ ਅਸਰ ਕੋਈ ਨਾ ਜਾਏ। ਇਹ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ, ਤੁਹਾਨੂੰ ਕੀ ਲੱਗਦਾ ਕਿ ਜਾਂ ਕਿਸ ਚੀਜ਼ ਦੀ ਫੇਸ ਦੀ ਰਾਜਨੀਤੀ ਹੋਣੀ ਚਾਹੀਦੀ ਹੈ? ਔਰ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜਿਹੜੇ ਅਸੀਂ ਵਾਅਦੇ ਕਰਦੇ ਹਾਂ। ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਤੁਹਾਡੀ ਸਰਕਾਰ ਆਈ ਬਿੱਲ ਲੈ ਕੇ ਆਓਗੇ? ਬਿਲਕੁਲ ਲੈ ਕੇ ਆਵਾਂਗੇ, ਬਿਲਕੁਲ ਲੈ ਕੇ ਆਵਾਂਗੇ। ਅੱਛਾ ਜੀ। ਕਿ ਇਹਨਾਂ ਝੂਠ ਬੋਲ ਕੇ ਸਰਕਾਰ ਬਣਾ ਕੇ ਬਾਅਦ ਚ ਬੇਵਕੂਫ ਬਣਾਈ ਜਾਣਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਲੀਗਲ ਡਾਕੂਮੈਂਟ ਬਣਾਵਾਂਗੇ। ਤੁਹਾਡੇ ਓਪੋਨੈਂਟ ਇਹ ਮੈਨੂੰ ਨਹੀਂ ਪਤਾ ਕਿ ਮੇਰੀ ਪਾਰਟੀ ਕੀ ਕਹੇਗੀ। ਸੁਖਜਿੰਦਰ ਸਿੰਘ ਰੰਧਾਵੇ ਦਾ ਇਹ ਹੈਗਾ ਕਿ ਅਸੀਂ ਇਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ। ਅੱਛਾ ਜੀ। ਤੁਸੀਂ ਆਪਣੇ ਬਾਕੀ ਪਾਰਟੀ ਦੇ ਬਾਰੇ ਹੋ ਸਕਦਾ ਐਮਐਲਏ ਨਾਲ ਵੀ ਸਲਾਹ ਕਰਕੇ ਪੁੱਛਿਆ ਕਿ ਤੇਰੇ ਵਿਚਾਰ ਕੀ ਨੇ। ਹਾਂਜੀ, ਮੈਂ ਤੁਹਾਨੂੰ ਆਪਣਾ ਦੱਸਤਾ ਕਿ ਮੇਰਾ ਇਹ ਆ ਕਿ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਬਿਲਕੁਲ ਠੀਕ। ਅੱਛਾ, ਤੁਹਾਡੇ ਓਪੋਨੈਂਟ ਨੇ ਇਸ ਵਾਰੀ ਰਵੀਕਰਨ ਸਿੰਘ ਕਾਹਲੋਂ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਉਹਨਾਂ ਦੇ ਸਪੁੱਤਰ ਨੇ। ਕੀ ਲੱਗਦਾ ਸੌਖੀ ਤਰੀਕੇ ਨਾਲ ਹਰਾ ਪਾਓਗੇ ਜਾਂ ਫਿਰ ਕਿੱਦਾਂ ਦਾ ਕੰਪੀਟੀਸ਼ਨ ਚੱਲਦਾ? ਇਲੈਕਸ਼ਨਾਂ ਲੜੀਆਂ, ਮੇਰੇ ਪਿਤਾ ਜੀ ਨੇ ਵੀ ਲੜੀਆਂ, ਤ੍ਰਿਪਤ ਬਾਜਵੇ ਨੇ ਵੀ ਲੜੀਆਂ, ਇਹਨਾਂ ਨੂੰ ਕਿਸੇ ਨੇ ਉੱਠਣ ਨਹੀਂ ਦਿੱਤਾ, ਇੱਥੋਂ ਵੀ ਹਰਾ ਕੇ ਭੇਜਾਂਗੇ। ਪਰ ਇਸ ਵਾਰੀ ਉਹ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਸ਼ਮੂਲੀਅਤਾਂ ਹੋ ਰਹੀਆਂ ਨੇ, ਫਲਾਣਾ ਅਕਾਲੀ ਦਲ ਨੂੰ ਕਰਾਈ ਜਾਂਦਾ, ਸ਼ਮੂਲੀਅਤ ਮੇਰੀਆਂ ਵੀ ਰੋਜ਼ ਵੇਖੀ ਜੋ ਕਿੰਨੀਆਂ ਹੋ ਰਹੀਆਂ ਨੇ ਜੀ। ਤੇ ਪਿੰਡਾਂ ਦੇ ਵਿੱਚ ਵਿਕਾਸ ਜਿਹੜਾ ਮੈਂ ਕੀਤਾ, ਤੁਸੀਂ ਨਾਲ ਦੇਖ ਕੇ ਜਾ, ਆ ਮੇਰਾ ਹੀ ਪਿੰਡ ਦੇਖ ਲਓ ਜੀ, ਸ਼ਹੀਦ ਲਛਮਣ ਸਿੰਘ ਉਹਨਾਂ ਦਾ ਪਿੰਡ ਆ। ਬਿਲਕੁਲ ਜੀ। ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਦੀ ਹੋਂਦ ਜੀ ਪਿੰਡ ਧਾਰੋਵਾਲੀ ਤੋਂ ਚੱਲੀ। ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਧਾਰੋਵਾਲੀਆਂ ਦਾ ਸਭ ਤੋਂ ਵੱਡਾ ਰੋਲ ਆ। ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਹੋਇਆ, ਆ ਸਾਹਮਣਾ ਘਰ ਹੈ, ਬੇਰੀ ਵੇਖ ਕੇ ਜਾਇਓ, ਇਹ ਘਰ ਜੀ। ਇੱਥੇ ਹੁਣ ਫੌਜੀ ਆ, ਉਹਦੇ ਕੋਲ ਆ ਗਿਆ ਘਰ, ਉਹਨਾਂ ਖਰੀਦ ਲਿਆ ਕਿਉਂਕਿ ਉਹਨਾਂ ਦਾ ਬੱਚਾ ਕੋਈ ਨਹੀਂ ਸੀ ਜੀ। ਤੇ ਮਾਤਾ ਜੀ ਜਿਹੜੇ ਸੀਗੇ ਉਹ ਆਪਣੇ ਫਿਰ ਭਤੀਜਿਆਂ ਕੋਲ ਗੋਦਰਪੁਰ ਚਲੇ ਗਏ। ਇਸ ਘਰ ਦੇ ਵਿੱਚ ਰਹਿ ਕੇ ਇਥੋਂ ਪਾਕਿਸਤਾਨ ਵਾਲੀ ਬਾਹਰ ਚ ਧਾਰੋਵਾਲੀ ਚੋਂ ਕਾਫੀ ਘਰ ਚਲੇ ਗਏ ਸੀ। ਅੱਛਾ ਜੀ। ਤੇ ਮੇਰੇ ਖਿਆਲ ਅੱਧਾ ਪਿੰਡ ਪਾਕਿਸਤਾਨ ਵਾਲੇ ਬਾਹਰ ਦੇ ਜਿਹੜੀ ਧਾਰੋਵਾਲੀ ਸੀ ਉੱਥੇ ਸੀ। ਨਨਕਾਣਾ ਸਾਹਿਬ ਤੋਂ 30-32 ਕਿਲੋਮੀਟਰ ਤੇ ਉਹ ਪਿੰਡ ਆ। ਉੱਥੋਂ ਚੱਲ ਕੇ 6 ਨੇ ਸ਼ਹੀਦੀ ਦਿੱਤੀ। ਅੱਜ ਵੀ ਐਕਸ਼ਨ ਅਮਰਜੀਤ ਸਿੰਘ ਹੋਣੀ ਉਹਨਾਂ ਦੇ ਦਾਦਾ ਜੀ ਜਿਹੜੇ ਸੀ ਉਹਨਾਂ ਦੀ ਸ਼ਹਾਦਤ ਹੋਈ ਹੈ ਇੱਥੇ, ਪੜਦਾਦੇ ਦੀ। ਇਹਦੇ 'ਚ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਪਿੰਡ 'ਚ ਇੱਕ ਵਾਰੀ ਨਹੀਂ ਆਏ। ਅੱਛਾ ਜੀ। ਇੱਕ ਵਾਰੀ ਨਹੀਂ ਆਏ 100 ਸਾਲ 'ਚ। ਪਿੰਡ ਆਪਣੇ ਲੈਵਲ ਤੇ ਹਰ ਸਾਲ ਸਮਾਗਮ ਕਰਾਉਂਦਾ, ਵੱਡਾ ਹੋ ਜੇ ਛੋਟਾ ਹੋ ਜੇ। ਅਸੀਂ 100 ਸਾਲ ਵੇਲੇ ਮੇਰੇ ਖਿਆਲ ਤੁਸੀਂ ਆਏ ਕਿ ਨਹੀਂ ਆਏ, ਅਸੀਂ 100 ਸਾਲ ਵੇਲੇ ਇਹਨਾਂ ਨੇ ਗੋਦਰਪੁਰ ਕੀਤਾ, ਇਹਨਾਂ ਦਾ ਕੰਮ ਬਣਦਾ ਸੀ ਧਾਰੋਵਾਲੀ 'ਚ ਕਰਦੇ। ਤੇ ਜੇ ਨਾ ਸਾਥ ਦਿੰਦਾ ਮੈਂ ਐਜ ਏ ਮਿਨਿਸਟਰ, ਫਿਰ ਤੇ ਮੈਂ ਗੁਨਾਹਗਾਰ ਸੀ। ਕਿਉਂਕਿ ਪਿੱਛੇ ਲਛਮਣ ਸਿੰਘ ਧਾਰੋਵਾਲੀ ਲਿਖਿਆ, ਗੋਦਰਪੁਰ ਨਹੀਂ ਲਿਖਿਆ। ਤੇ ਉਹਦੇ ਜੱਦੀ ਪਿੰਡ ਜਨਮ, ਜਿੱਥੇ ਇਹ ਜਨਮ ਸਥਾਨ ਸੀ ਉਹਦਾ। ਤੇ ਜੇ ਇੱਥੇ ਨਹੀਂ ਕਰਦੇ ਤੇ ਕੀ ਕਰਦੇ? ਤੁਸੀਂ ਵੇਖਿਓ ਕਿ ਕਿੱਡਾ ਸਾਡੇ ਪਿੰਡ ਨੇ ਕਿੱਡਾ ਸੋਹਣਾ ਸ਼ਹੀਦ ਲਛਮਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣਾਇਆ। ਅੱਜ ਉੱਥੇ ਕੋਈ 600-700 ਬੱਚਾ ਪੜ੍ਹਾਈ ਕਰਦਾ। ਪਲੇ ਗਰਾਊਂਡ ਨੇ, ਉੱਥੇ ਓਪਨ ਜਿਮ ਆ, ਉੱਥੇ ਹਾਲ ਨੇ, ਉੱਥੇ ਲੈਬੋਰਟਰੀਜ਼ ਨੇ, ਸਾਇੰਸ ਬਲਾਕ, ਸਾਇੰਸ ਕਲਾਸਿਸ ਮੈਂ ਲੈ ਕੇ ਆਇਆ। ਆ ਪੂਰੇ ਪਿੰਡ ਦਾ ਚੱਕਰ ਮਾਰ ਕੇ ਦੇਖਿਓ ਕਿ ਪ੍ਰਕਾਸ਼ ਸਿੰਘ ਬਾਦਲ ਤੇ ਆਪਣੇ ਪਿੰਡ ਨੂੰ ਬਣਾਇਆ, ਮੈਂ ਸ਼ਹੀਦ ਲਛਮਣ ਸਿੰਘ ਦੇ ਪਿੰਡ ਨੂੰ ਇੱਥੇ ਕੀਤਾ। ਯਾਰ ਅਸੀਂ ਜੇ ਆਪਣੇ ਸ਼ਹੀਦਾਂ ਦੇ ਨਹੀਂ ਬਣਦੇ, ਮੰਜੀ ਸਾਹਿਬ ਕਦੀ ਇਹਨਾਂ ਨੇ ਦਿਨ ਨਹੀਂ ਮਨਾਇਆ। ਜੇ ਉਸ ਪਿੰਡ ਜੇ ਉੱਥੇ ਸਮਾਗਮ ਕੀਤਾ ਸੀ ਤੇ ਕੀ ਗੱਲ ਧਾਰੋਵਾਲੀ ਦੇ ਜਿਹੜੇ ਇਸ ਪਿੰਡ ਦੇ ਸੀ ਇਹਨਾਂ ਨੂੰ ਨਹੀਂ ਸੀ ਚਿੱਠੀਆਂ ਪਾਈਆਂ ਜਾ ਸਕਦੀਆਂ ਕਿ ਅਸੀਂ ਧਾਰੋਵਾਲੀ ਨਹੀਂ ਆਉਣਾ ਤੇ ਗੋਦਰਪੁਰ ਪਹੁੰਚੋ, ਤੇ ਅਸੀਂ ਧਾਰੋਵਾਲੀ ਵਾਲਾ ਸਮਾਗਮ ਬੰਦ ਕਰਕੇ ਅਸੀਂ ਉੱਥੇ ਪਹੁੰਚਣਾ ਸੀ। ਅੱਛਾ ਜੀ। ਅੱਛਾ ਰੰਧਾਵਾ ਸਾਹਿਬ, ਇੱਕ ਹੁਣ ਥੋੜ੍ਹੇ ਜਿਹੇ ਆਖਰ ਦੇ ਵਿੱਚ ਨਿੱਜੀ ਸਵਾਲ ਹੈ। ਤੁਹਾਡੇ ਪਿਤਾ ਜੀ ਸਿਆਸਤ 'ਚ ਰਹੇ, ਤੁਸੀਂ ਵੀ ਅੱਗੇ ਬੇਟੇ ਨੂੰ ਵੀ ਸਿਆਸਤ 'ਚ ਲੈ ਕੇ ਆਓਗੇ? ਉਹਨੂੰ ਨਹੀਂ ਲੈ ਕੇ ਆਉਣਾ। ਨਹੀਂ ਲੈ ਕੇ ਆਉਣਾ? ਪਰ ਇਸ ਵਾਰੀ ਸਿਆਸਤ ਇਲੈਕਸ਼ਨ 'ਚ ਕਾਫੀ ਸਰਗਰਮ ਦਿਸ ਰਹੇ ਤੁਹਾਡੇ ਨਾਲ। ਬੱਚੇ ਆਉਂਦੇ ਪਰ ਉਹ ਸਿਆਸਤ 'ਚ ਨਹੀਂ ਆਏਗਾ। ਨਹੀਂ ਆਏਗਾ ਜੀ? ਬਿਲਕੁਲ ਨਹੀਂ ਆਏਗਾ। ਕੀ ਕਾਰਨ ਲੱਗਦਾ ਵੀ ਇਹ ਚੰਗੀ ਨਹੀਂ ਸਿਆਸਤ? ਗਿਰਾਵਟ ਬਹੁਤ ਆਈ ਜਾ ਰਹੀ ਆ। ਤੇ ਇਸ ਕਰਕੇ ਜਿਹੜੇ ਕੋਈ ਸੈਲਫ ਰਿਸਪੈਕਟ ਰੱਖਦੇ ਨੇ ਉਹਨਾਂ ਲੋਕਾਂ ਨੂੰ ਹੌਲੀ ਹੌਲੀ ਪਿੱਛੇ ਹਟਣਾ ਪਏਗਾ। ਜਿਹੜੇ ਕੋਈ ਇਮਾਨਦਾਰੀ 'ਚ ਕੋਸ਼ਿਸ਼ ਕਰਦੇ ਆ ਫਿਰ ਤੇ ਹਿਸਾਬ ਨਾਲ ਗਲਤ ਬੰਦੇ ਸਾਰੇ ਅੱਗੇ ਆ ਜਾਣਗੇ। ਜਿਹੜਾ ਸੈਲਫ ਰਿਸਪੈਕਟ ਰੱਖਦਾ ਜੋ ਪਿੱਛੇ, ਲੋਕਾਂ ਨੂੰ ਡਿਸਾਈਡ ਕਰਨਾ, ਅਸੀਂ ਨਹੀਂ ਡਿਸਾਈਡ ਕਰਨਾ।
ਉਹ ਲੋਕਾਂ ਕਰਨਾ, ਅਸੀਂ ਨਹੀਂ ਕਰਨਾ। ਬਿਲਕੁਲ ਠੀਕ। ਕਿ ਬੇਈਮਾਨਾਂ ਨੂੰ ਲੈ ਕੇ ਆਉਣਾ ਕਿ ਇਮਾਨਦਾਰਾਂ ਨੂੰ ਲੈ ਕੇ ਆਉਣਾ, ਇਹ ਲੋਕ ਡਿਸਾਈਡ ਕਰਨਗੇ। ਗੁਰਦਾਸਪੁਰ ਜ਼ਿਲ੍ਹੇ ਦੇ ਹਾਲਾਤ ਦੀ ਗੱਲ ਮੈਂ ਕਰੀਏ, ਤੁਹਾਨੂੰ ਕਾਂਗਰਸ ਦੇ ਕੀ ਹਾਲਾਤ ਨੇ? ਮੈਂ ਦੱਸਦਾ, ਤੁਸੀਂ ਕਿਹਾ ਕਿ ਤੁਹਾਡੇ ਪਿਤਾ ਜੀ ਤੋਂ ਮੇਰੇ ਗ੍ਰੈਂਡਫਾਦਰ ਹਾਂਜੀ 100 ਸਾਲ ਪਹਿਲਾਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੇ ਅੱਜ ਤੱਕ ਅਸੀਂ ਕਾਂਗਰਸ ਛੱਡੀ ਨਹੀਂ ਪੜੀ। ਅੱਛਾ ਜੀ। ਔਰ ਪਿਛਲੇ ਇੱਕ ਮਤਲਬ ਸਦੀ ਤੋਂ ਲਗਭਗ ਕਾਂਗਰਸ ਦੇ ਨਾਲ ਜੁੜੇ ਹੋ? 1921 ਦੇ ਵਿੱਚ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ। ਅੱਛਾ ਜੀ। ਤੇ 22 ਆ ਗਈ ਆ। ਸੋ 3 ਪੀੜ੍ਹੀਆਂ ਕਾਂਗਰਸ 'ਚ ਹੰਢਾ ਚੁੱਕੇ ਹੋ ਤੁਸੀਂ? 3 ਪੀੜ੍ਹੀਆਂ ਕਾਂਗਰਸ 'ਚ। ਤੇ ਚੌਥੀ ਅੱਗੇ ਤਿਆਰ ਆ? ਚੌਥੀ ਨਹੀਂ, ਅੱਗੇ ਉਹ ਨਹੀਂ ਲੜੇਗਾ। ਉਹਨੂੰ ਵੀ ਮੈਂ ਪੁੱਛਿਆ ਕਈ ਵਾਰੀ, ਕਹਿੰਦਾ ਕਿ ਮੈਂ ਤੁਹਾਡੇ ਕਰਕੇ ਆ ਗਿਆ। ਪਰ ਉਹਨੂੰ ਵੀ ਤੁਸੀਂ ਵੇਖਿਆ ਹੋਣਾ ਕਿ ਪਿੰਡਾਂ 'ਚ ਫਿਰਦਾ, ਪਰ ਉਹਦਾ ਇੰਟਰਸਟ ਬਹੁਤਾ ਪੋਲੀਟਿਕਸ ਵਿੱਚ ਹੈ ਨਹੀਂ। ਅੱਛਾ। ਕਿ ਉਹਦਾ ਇੰਨਾ ਜ਼ਰੂਰ ਆ ਕਿ ਜਿਹੜਾ ਯੂਥ ਹੈ ਇਹ ਨਸ਼ਿਆਂ ਤੋਂ ਬਾਹਰ ਰਵੇ, ਯੂਥ ਜਿਹੜਾ ਉਹਨੂੰ ਇੰਪਲੋਇਮੈਂਟ ਮਿਲੇ, ਇਹ ਜ਼ਰੂਰ। ਰੰਧਾਵਾ ਸਾਹਿਬ ਪੋਲੀਟਿਕਸ ਕਰਕੇ ਤੁਹਾਨੂੰ ਬਹੁਤ ਦਿਨ ਉਹਦਾ ਇਹ ਜ਼ਰੂਰ ਹੈ ਕਿ ਚੰਗੇ ਸਕੂਲ, ਕਾਲਜ, ਹਸਪੀਟਲ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਮੇਰੇ ਫਾਦਰ 1900। ਪਰ ਇਹ ਸਾਰਾ ਕੁਝ ਤੇ ਫਿਰ ਸਿਆਸਤ 'ਚ ਆ ਕੇ ਲੈ ਕੇ ਆਉਣਗੇ, ਉੱਦਾਂ ਕਿੱਦਾਂ ਲੈ ਆਉਣਗੇ? ਬਿਨਾਂ ਸਿਆਸਤ ਤੋਂ ਵੀ ਆ ਜਾਂਦਾ। ਅੱਛਾ ਜੀ। ਜੇ ਤੁਸੀਂ ਮੂਵਮੈਂਟ ਚਲਾਓ ਬਿਨਾਂ ਸਿਆਸਤ, ਇਹ ਹੁਣ ਸਿਆਸਤ ਕਰਕੇ ਤੇ ਨਹੀਂ ਬਣਦੇ। ਮੈਂ ਇੱਥੇ ਆਪਣਾ ਕਲਾਨੌਰ ਦੇ ਵਿੱਚ ਕਾਲਜ ਬਣਾਇਆ। ਅੱਛਾ ਜੀ। ਪ੍ਰਕਾਸ਼ ਸਿੰਘ ਬਾਦਲ ਝੂਠਾ ਹੀ ਉੱਥੇ ਨੀਂਹ ਪੱਥਰ ਰੱਖ ਗਿਆ ਤੇ ਉਹਨੇ ਚਿਰ ਬਣੇ ਨਹੀਂ, ਤੇ ਮੈਂ ਆਣ ਕੇ ਕਾਲਜ, ਜਿਹੜੀ ਕਰੋਨਾ ਵੀ ਆ ਗਿਆ, ਫਿਰ ਵੀ 1 ਸਾਲ ਮੇਰਾ ਕਾਲਜ ਲੇਟ ਹੋਇਆ ਜੀ। ਔਰ ਅੱਜ ਬਿਲਡਿੰਗ ਤਿਆਰ ਹੈ। 450 ਬੱਚਾ ਉੱਥੇ, ਬੜੀ ਵੱਡੀ ਉਪਲਬਧੀ ਆ ਕਿ 1 ਸਾਲ ਦੇ ਵਿੱਚ 450 ਬੱਚਾ ਹੋਣਾ ਛੋਟੀ ਗੱਲ ਹੈ। ਡੇਰਾ ਬਾਬਾ ਨਾਨਕ ਦਾ ਹਸਪੀਟਲ 5 ਕਰੋੜ ਲਿਆ ਕੇ ਇਹਨੂੰ ਬਣਾ ਰਿਹਾ, 5 ਕਰੋੜ ਰੁਪਈਆ ਹੀ ਕਲਾਨੌਰ ਵਾਲੇ ਹਸਪੀਟਲ 'ਚ। ਜਿੰਨੀਆਂ ਡਿਸਪੈਂਸਰੀਆਂ 25-25 ਲੱਖ ਰੁਪਈਆ ਉਹਨਾਂ ਦੇ ਲਾਏ। ਜਿੰਨੇ ਸਕੂਲ ਨੇ, ਹਰ ਸਕੂਲ ਦੇ ਵਿੱਚ 20 ਲੱਖ, 30 ਲੱਖ, 35 ਲੱਖ ਉਹਨਾਂ ਦੀਆਂ ਬਿਲਡਿੰਗ ਜਾ ਕੇ ਦੇਖੋ। ਤੇ ਇਹ ਕਹਿੰਦੇ ਆ ਕਿ ਕੇਜਰੀਵਾਲ ਕਹਿੰਦਾ ਜੀ ਸਕੂਲ ਜਿਹੜੇ ਕੀ ਹੋਣਗੇ। ਤੇ ਮੈਂ ਕੇਜਰੀਵਾਲ ਨੂੰ ਕਹਿੰਦਾ ਕਿ ਜੇ ਸਾਡਾ ਮੁਕਾਬਲਾ ਕਰਨਾ, ਸਾਡਾ ਮੁਕਾਬਲਾ ਕਰ ਹਰਿਆਣੇ ਨਾਲ। ਅੱਛਾ ਜੀ। ਸਾਡਾ ਮੁਕਾਬਲਾ ਕਰ ਕਿਸੇ ਹੋਰ ਸਟੇਟ ਨਾਲ। ਦਿੱਲੀ ਦੇ ਨਾਲ ਮੁਕਾਬਲਾ ਕਰਨਾ, ਕੇਜਰੀਵਾਲ ਸਾਹਿਬ ਬੜੇ ਤੋਂ ਇੰਟੈਲੀਜੈਂਟ ਹੋ, ਬੜੇ ਪੜ੍ਹੇ ਲਿਖੇ ਹੋ, ਇਨਕਮ ਟੈਕਸ ਦੇ ਵਿੱਚ ਤੁਸੀਂ ਰਹਿ ਕੇ ਆਏ ਹੋ। ਉਹ ਹਿੰਦੁਸਤਾਨ ਦੀ ਕੈਪੀਟਲ ਆ, ਸਾਡੇ ਦੇਸ਼ ਦੀ ਰਾਜਧਾਨੀ ਆ। ਜਿੱਦਾਂ ਦੇ ਉੱਥੇ ਸਕੂਲ ਦਿਖਾਉਂਦੇ, ਮੇਰਾ ਪਿੰਡ ਦਾ ਧਾਰਵਾਲੀ ਦਾ ਸਕੂਲ ਆਪਣਾ ਇੱਕ ਦਿਖਾ ਦਿਓ ਹੋ ਜਾ ਸਰਕਾਰੀ ਸਕੂਲ। ਜਾ ਕੇ ਸੰਗਤਪੁਰੇ ਚਲੇ ਜਾਓ, ਧਿਆਨਪੁਰ ਵਾਲੇ ਸਕੂਲ 'ਚ ਚਲੇ ਜਾਓ, ਪਨਵਾ ਵਾਲੇ ਸਕੂਲ 'ਚ ਚਲੇ ਜਾਓ, ਸਿੰਘਪੁਰਾ ਸਕੂਲ ਚਲੇ ਜਾਓ, ਉਦੋਂ ਵਾਲੀ ਸਕੂਲ ਚਲੇ ਜਾਓ, ਸ਼ਾਹਪੁਰ ਜਾਜਨ ਵਾਲੇ ਸਕੂਲ 'ਚ ਚਲੇ ਜਾਓ, ਤਲਵੰਡੀ ਰਾਮਾਂ ਚਲੇ ਜਾਓ। ਤੇਰੇ ਦਿੱਲੀ ਵਾਲੇ ਸਕੂਲਾਂ ਨਾਲੋਂ ਬੈਟਰ ਹੋਣਗੇ। ਜੇ ਤੇ ਮੈਂ ਥੋੜ੍ਹੇ ਜਿਹੇ, ਜੇ ਮੈਂ ਨਾਂ ਗਿਣ ਲੱਗਾ, ਕੋਟਲੀ ਸੂਰਤ ਮੱਲੀ ਚਲੇ ਜਾਓ, ਠੀਕ ਨਹੀਂ, ਕਲਾਨੌਰ ਦੇ ਸਕੂਲ 'ਚ ਚਲੇ ਜਾਓ, ਬਹੁਤੀ ਦੂਰ ਨਹੀਂ ਜਾਣਾ, ਡੇਰਾ ਬਾਬਾ ਨਾਨਕ ਦੇ ਸਕੂਲ 'ਚ ਹੀ ਚਲੇ ਜਾਓ। ਤੇ ਇਹ ਤਾਂ ਮੈਂ ਤੁਹਾਨੂੰ ਇੰਨੇ ਕੁ ਨਾਂ ਗਿਣਾ ਦਿੱਤੇ ਨੇ। ਮੈਂ ਜੇ ਨਾਂ ਗਿਣਾਉਣ ਲੱਗਾ ਤੇ ਟੋਟਲ ਇਹਨੂੰ ਮੈਂ ਚੈਲੰਜ ਕਰਦਾ ਕਿ ਆਣ ਕੇ ਦੇਖ, ਤੇਰੇ ਦਿੱਲੀ ਨੂੰ ਵਧੀਆ ਸਕੂਲ ਬਣੇ ਪੰਜਾਬ 'ਚ। ਪੰਜਾਬ 'ਚ ਮੈਂ ਆਪਣੇ ਇਲਾਕੇ ਦੇ ਪੰਜਾਬ 'ਚ। ਹੁਣ ਜੇ ਇਹ ਕਹਿਣਾ ਕਿ ਇੱਕ ਛੋਟੇ ਜਿਹੇ ਪਿੰਡ 'ਚ ਜਾ ਕੇ ਵੜ ਜਾਓ, ਬਾਰਡਰ ਦੇ ਉੱਤੇ ਪਿੰਡ ਨੇ, ਬਾਰਡਰ ਦੇ ਉੱਤੇ ਜਾ ਕੇ ਤੁਸੀਂ ਵੇਖੋ ਕਿਵੇਂ ਸਕੂਲ ਅਸੀਂ ਬਣਾਏ ਨੇ। ਤੇ ਇਹਨੂੰ ਜੇ ਇਹਨੇ ਸਾਡਾ ਕੰਪੈਰੀਜ਼ਨ ਕਰਨਾ, ਇਹ ਟੋਕੀਓ ਨਾ ਕਰੇ, ਜਾਪਾਨ ਦੀ ਰਾਜਧਾਨੀ ਨਾਲ। ਇਹ ਅਮਰੀਕਾ ਦੇ DC ਵਾਸ਼ਿੰਗਟਨ ਨਾ ਕਰੇ, ਮਤਲਬ ਕਿਸੇ ਰਾਜਧਾਨੀ ਦੂਜੀ ਰਾਜਧਾਨੀ ਨਾ ਕਰੇ। ਨਾ ਕਿ ਇੱਕ ਪਿੰਡ ਦੇ ਵਿੱਚ ਜਾ ਕੇ ਕਹਿਣਾ ਕਿ ਉਹ ਪਿੰਡ 'ਚ ਜਾ ਕੇ ਚੰਨੀ ਦੇ ਪਿੰਡ 'ਚ ਵੜ ਜਾਓ ਜੀ, ਤਾਂ ਪਿੰਡ ਦਾ ਸਕੂਲ ਵੇਖੋ ਤੇ ਮੇਰਾ ਰਾਜਧਾਨੀ ਦਾ ਸਕੂਲ ਦੇਖੋ। ਯਾਰ ਇੰਨੀ ਤੇ ਕਾਮਨ ਸੈਂਸ ਚਾਹੀਦੀ ਹੈ ਨਾ। ਪੰਜਾਬ ਦੇ ਲੋਕਾਂ ਨੂੰ ਇਹ ਤੇ ਸੋਚਣਾ ਚਾਹੀਦਾ ਕਿ ਦੇਸ਼ ਦੀ ਰਾਜਧਾਨੀ ਦੇ ਸਕੂਲ ਦਾ ਕੰਪੈਰੀਜ਼ਨ ਕਰ ਰਿਹਾ। ਇਹਨੂੰ ਕਰਨਾ ਚਾਹੀਦਾ ਉੱਥੋਂ ਦੀਆਂ ਰਾਜਧਾਨੀਆਂ ਜਿਹੜੀਆਂ ਕੰਟਰੀਜ਼ ਨੇ, ਉਹਨਾਂ ਦੀ, ਜਰਮਨ ਦੀ, ਉਹਨਾਂ ਨਾਲ ਕਰੇ। ਪੰਜਾਬ ਇੱਕ ਕਾਂਗਰਸ ਦੇ ਅੰਦਰਲੀ ਜਿਹੜੀ ਥੋੜੀ ਬਹੁਤੀ ਕਾਡੋ ਕਲੇਸ਼ ਦਾ ਫਾਇਦਾ ਆਮ ਆਦਮੀ ਪਾਰਟੀ ਚੁੱਕ ਸਕਦੀ ਹੈ? ਕਿਤੇ ਨਹੀਂ ਜਾਣਾ ਜੀ, ਸਾਡਾ ਇਦਾਂ ਪਿਆ ਹੀ ਰਹਿੰਦਾ ਹੁੰਦਾ। ਜਿਹੜੀਆਂ ਪਾਰਟੀਆਂ ਜੀਂਦੀਆਂ ਜਾਗਦੀਆਂ ਨੇ ਉਹਨਾਂ 'ਚ ਇੰਨੀ ਚੀਜ਼ ਰਹਿੰਦੀ, ਪਰਿਵਾਰਾਂ 'ਚ ਸਭ ਕੁਝ ਚੱਲਦਾ ਰਹਿੰਦਾ। ਬਿਲਕੁਲ ਚੱਲਦਾ ਰਹਿੰਦਾ। ਅੱਛਾ ਸਾਹਿਬ, ਆਖਰੀ ਜਾਂਦੇ ਸਵਾਲ ਥੋੜਾ ਪਰਿਵਾਰਕ। ਵੱਡੀ ਜ਼ਿੰਮੇਵਾਰੀ ਸੀ ਇਸ ਵਾਰੀ, ਜੇਲ੍ਹ ਮਿਨਿਸਟਰ, ਹੁਣ ਉਪ ਮੁੱਖ ਮੰਤਰੀ, ਹੋਮ ਮਿਨਿਸਟਰੀ ਮਿਲੀ। ਪਰਿਵਾਰ ਨੂੰ ਸਮਾਂ ਉਹਦੇ ਵਿੱਚ ਥੋੜਾ ਘੱਟ ਦਿੱਤਾ ਜਾਂਦਾ ਹੋਣਾ? ਫਿਰ ਬਹੁਤ ਘੱਟ ਦਿੱਤਾ ਜਾਂਦਾ। ਕਿੱਦਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ? ਮੈਨੂੰ ਹੋਰ ਕੋਈ ਮੈਨੂੰ ਪਰੇਸ਼ਾਨੀ ਨਹੀਂ। ਮੇਰੇ ਦੋਤੀਆਂ ਨਾਲ ਮੈਨੂੰ ਬੜੇ ਮੇਰਾ ਪਿਆਰ ਆ। ਅੱਛਾ ਜੀ। ਉਹਨਾਂ ਨੂੰ ਹੁੰਦਾ ਕਿ ਉਹ ਛੋਟਾ, ਜਿਹੜੇ ਮੇਰੀ ਛੋਟੀ ਬੇਟੀ ਦਾ ਗੁਰਨਵਾਜ ਆ, ਉਹ ਅਜੇ ਤੋਤਲਾ ਜੇ ਬੋਲਦਾ, ਜ਼ਿਆਦਾ ਕਿੱਥੇ ਉਹ ਹੈ। ਵੱਡੀ ਦੀ ਬੇਟੀ ਆ, ਉਹਦਾ ਨਾਮ ਗੁਰਫਤਿਹ ਆ। ਉਹ ਵੀ ਉਹਨਾਂ ਦਾ ਜ਼ਰੂਰ ਹੁੰਦਾ ਸੀ ਕਿ ਜਿਸ ਵੇਲੇ ਮੈਂ ਹੈਗਾ ਘਰ ਤੇ ਉਹ ਭੱਜ ਕੇ ਆ ਜਾਂਦੇ ਤੇ ਮਿਲ ਕੇ ਫਿਰ ਚਲੇ ਜਾਂਦੇ ਹੁੰਦੇ ਸੀ। ਉਹ ਬੱਚਿਆਂ ਦੇ ਨਾਲ ਅਸਲ 'ਚ ਕਹਿੰਦੇ ਨਾ, ਮੂਲ ਨਾਲੋਂ ਵਿਆਹ ਜਿਹੜਾ ਉਹ ਜ਼ਿਆਦਾ ਪਿਆਰਾ ਹੋ ਜਾਂਦਾ। ਬਿਲਕੁਲ ਠੀਕ। ਤੇ ਬੱਚਿਆਂ ਦੀ ਏਜ ਵੀ ਦੁਬਾਰਾ ਨਹੀਂ ਆਉਣੀ ਜੀ, ਤੋਤਲੇ ਬੋਲਣ ਵਾਲੀ ਏਜ। ਉਹ
ਦਿਨ ਮੈਨੂੰ ਦੁਬਾਰਾ ਵੇਖਣੇ ਨਹੀਂ, ਕਿਉਂਕਿ ਜਦੋਂ ਤੋਤਲੀਆਂ ਜਿਹੀਆਂ ਗੱਲਾਂ ਕਰਦੇ ਨੇ ਉਸ ਵੇਲੇ ਸਭ ਤੋਂ ਵੱਧ ਖੁਸ਼ੀ ਤੁਹਾਨੂੰ ਹੁੰਦੀ ਹੈ। ਜਿੰਨੀ ਥਕਾਵਟ ਜੋ ਤੁਹਾਡੇ ਦਿਮਾਗ 'ਚ ਉਹ ਖਤਮ ਹੋ ਜਾਂਦੀ ਹੈ। ਮਨ ਨਹੀਂ ਕਰਦਾ ਯਾਰ ਛੱਡੀਏ ਤੇ ਪਰਿਵਾਰ 'ਚ ਬਿਲਕੁਲ। ਵੇਖੋ ਮੇਰੇ ਪਿਤਾ ਜੀ ਨੇ ਜਿਸ ਵੇਲੇ ਮੈਂ 97 ਦੇ ਵਿੱਚ ਇਲੈਕਸ਼ਨ ਲੜੀ, ਉਹਨਾਂ ਪੋਲਿਟਿਕਸ ਛੱਡ ਦਿੱਤੀ ਸੀ। ਅੱਛਾ ਜੀ। ਤੇ ਮੇਰਾ ਵੀ ਮਨ ਇਹ ਨਹੀਂ ਕਿ ਬਹੁਤ ਦੇਰ ਨਹੀਂ ਲਮਕਣਾ ਚਾਹੀਦਾ। ਲਾਲਸਾ ਜਿਹੜੀ ਕਦੀ ਵੀ ਨਹੀਂ ਬੰਦੇ ਦੀ ਮੁੱਕਦੀ। ਅੱਛਾ ਜੀ। ਲੋਕਾਂ ਨੂੰ ਚੰਗੇ ਕੰਮ ਕਰਕੇ ਅਲਵਿਦਾ ਕਹਿ ਦੇਣਾ ਚਾਹੀਦਾ ਕਿ ਮੈਂ ਆਹ ਕੰਮ ਕੀਤੇ ਨੇ ਤੇ ਹੁਣ ਆਪਣਾ ਨਵਾਂ ਲੀਡਰ ਲਓ। ਰੰਧਾਵਾ ਸਾਹਿਬ, ਪਿਛਲੀ ਵਾਰੀ ਨਾ ਲੀਡ ਤੁਹਾਡੀ ਕਾਫੀ ਘੱਟ ਸੀਗੀ, ਕੀ ਲੱਗਦਾ ਕਿ ਇਸ ਵਾਰੀ ਐਂਟੀ ਇਨਕੰਬੈਂਸੀ ਵੀ ਹੁੰਦੀ ਆ, ਆਪਣੇ ਬੰਦੇ ਨਾਰਾਜ਼ ਵੀ ਹੋਏ ਹੋਣਗੇ ਕੁਝ ਨਾ ਕੁਝ, ਉਹ ਜਿਹੜੀ ਥੋੜੀ ਲੀਡ ਸੀਗੀ ਪਰ ਉਹ ਇਸ ਵਾਰੀ ਉਹਨੂੰ ਵਧਾ ਸਕੋਗੇ ਤੇ ਵਧਾਉਣ ਲਈ ਕਿੱਦਾਂ ਕਿਸ ਢੰਗ ਤਰੀਕੇ ਨਾਲ ਰੁੱਸਿਆਂ ਨੂੰ ਮਨਾ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ? ਲੋਕ ਕਰਨਗੇ ਔਰ ਮੇਰੀ ਡਿਵੈਲਪਮੈਂਟ ਜਿਹੜੀ ਆ, ਕਹਿੰਦੇ ਰੰਧਾਵਾ ਸਾਹਿਬ ਰੁੱਸਿਆਂ ਨੂੰ ਮਨਾ ਨਹੀਂ ਰਹੇ ਜੀ, ਇਹ ਚਰਚਾ ਕਿ ਚੱਲ ਰਹੀ ਹੈ। ਮੇਰੇ ਨਾਲ ਰੁੱਸਿਆ ਹੀ ਕੋਈ ਨਹੀਂ। ਜਿਹੜੇ ਅਕਾਲੀ ਦਲ ਚੋਂ ਆਏ ਸੀ 2019 ਚ ਤੇ ਉਹ ਮੈਨੂੰ ਵੀ ਪਤਾ ਸੀ ਇਹ ਰਹਿਣੇ ਨਹੀਂ। ਅੱਛਾ ਜੀ। ਉਹ ਆਪਣੀ ਜਾਨ ਬਚਾਉਣ ਲਈ ਤੁਰੇ ਫਿਰਦੇ, ਜਿਹੜੀਆਂ ਠੱਗੀਆਂ ਵੱਜੀਆਂ ਸੀ ਤੇ ਮੈਂ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ, ਨਾ ਮੈਂ ਕਿਸੇ ਨੂੰ ਕਹਿਣਾ ਵੀ ਸੀ। ਤੁਸੀਂ ਉਹਨਾਂ ਨੂੰ ਅਹੁਦੇ ਵੀ ਦੇ ਦਿੱਤੇ ਫਿਰ? ਚਲੋ ਜੇ ਕੋਈ ਇੱਕ ਅੱਧੇ ਨੂੰ ਦਿੱਤਾ। ਅੱਛਾ ਜੀ। ਹੋਰ ਤੇ ਬਹੁਤਿਆਂ ਨੂੰ ਨਹੀਂ। ਕਿੰਨਾ ਕੁ ਪਾਰਟੀ ਦਾ ਨੁਕਸਾਨ ਕਰਦੇ ਨੇ? ਕੋਈ ਵੀ ਨਹੀਂ ਨੁਕਸਾਨ ਕਰ ਸਕਦੇ। ਇਦਾਂ ਜਦੋਂ ਬੰਦੇ ਜਾਂਦੇ ਨੁਕਸਾਨ ਕੋਈ ਜਾਂਦੇ ਉਹਨਾਂ ਦੇ ਪਿੰਡ 'ਚ, ਜਿਹੜੇ ਕੋਈ 2-4 ਗਏ ਉਹਨਾਂ ਦੇ ਪਿੰਡ 'ਚ ਇੰਟਰਵਿਊ ਜ਼ਰੂਰ ਲੈ ਕੇ ਜਾਇਓ ਜੀ, ਫਿਰ ਤੁਹਾਨੂੰ ਪਤਾ ਲੱਗ ਜੂ। ਅੱਛਾ, ਬੰਦੇ ਨਵੇਂ ਆ ਵੀ ਰਹੇ ਨੇ ਨਾਲ? ਮੈਂ ਕਿਹਾ ਹਰ ਰੋਜ਼ ਹੀ ਤੁਸੀਂ ਵੇਖਦੇ ਹੋ ਕਿ ਇਹਦੇ ਤੇ ਸੋਸ਼ਲ ਮੀਡੀਆ ਤੇ ਹਰ ਰੋਜ਼ ਆ ਰਹੇ ਨੇ, ਅੱਜ ਨਹੀਂ ਆ ਰਹੇ, ਪੁਰਾਣੇ ਹੀ ਆ ਰਹੇ ਨੇ। ਅੱਛਾ, ਆਖਰੀ ਸਵਾਲ ਜਾਂਦੇ ਆ, ਨਾਨ ਪੋਲੀਟੀਕਲ ਸਵਾਲ ਆ। 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਬਹੁਤ ਸ਼ਰਧਾ ਨਾਲ ਮਨਾਇਆ ਗਿਆ, ਜਿਹਦੇ ਬਾਬਤ ਹੁਣ ਇਹ ਡੇਰਾ ਬਾਬਾ ਨਾਨਕ ਕੋਰੀਡੋਰ ਵੀ ਖੁੱਲਿਆ। ਡੇਰਾ ਬਾਬਾ ਨਾਨਕ ਦਾ ਦੁਨੀਆ 'ਚ ਬੈਠੇ ਪੰਜਾਬੀਆਂ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਡੇਰਾ ਬਾਬਾ ਨਾਨਕ ਹਲਕਾ ਤੇ ਉੱਥੇ ਕੀ ਆ ਜੀ। ਬਹੁਤ ਧੂਮਧਾਮ ਨਾਲ ਨੋ ਡਾਊਟ ਮਨਾਇਆ, ਪਰ ਜਿੱਦਾਂ ਦਾ ਰਿਸਪੌਂਸ ਇੱਧਰੋਂ ਮਿਲਣਾ ਚਾਹੀਦਾ ਸੀ ਕਿ ਉਵੇਂ ਆਇਆ। ਪੋਲੀਟਿਕਸ ਇਹਦੇ ਵਿੱਚ ਬਹੁਤ ਕਈ ਵਾਰੀ ਹਾਵੀ ਹੋ ਜਾਂਦੀ ਹੈ, ਜਿਹਦੇ ਬਾਰੇ ਮੇਰਾ ਖਿਆਲ ਹੈ ਇਹਦੇ 'ਚ ਮੈਂ ਪੋਲੀਟਿਕਸ ਨੂੰ ਨਹੀਂ ਹਾਵੀ ਸਮਝਦਾ, ਉਹਦੇ 'ਚ ਮੈਂ ਆਪਣੇ ਗੁਰੂ ਨਾਨਕ ਨਾਮ ਲੇਵਾ ਨੂੰ ਵੀ, ਜਿਹੜੀ ਸੰਗਤਾਂ ਨੇ ਉਹਨਾਂ ਨੂੰ ਵੀ ਸਮਝਦਾ। ਅੱਛਾ, ਕਿ ਆਪਾਂ ਜੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਜਿਹੜੇ ਵਿਛੜੇ ਧਾਮ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਦੇ, ਇਹ ਤੋਂ ਰਸਤਾ ਖੁੱਲ੍ਹ ਗਿਆ। ਬਿਲਕੁਲ। ਤੇ ਇੱਥੇ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜੇ ਅਮਰੀਕਾ ਲਈ ਤੁਸੀਂ ਤਰਲੇ ਮਾਰਦੇ ਹੋ 20-20 ਲੱਖ ਰੁਪਈਆ ਦੇ ਕੇ ਤੁਸੀਂ ਵੀਜ਼ਾ ਲਵਾਉਂਦੇ ਹੋ, ਇਹ ਤੇ ਵੀਜ਼ਾ ਵੀ ਫ੍ਰੀ ਆ। ਕਹਿੰਦੇ ਜੀ 1500 ਵੀ ਨਹੀਂ ਦੇਣਾ। ਪਾਕਿਸਤਾਨ ਦੀ ਗਵਰਨਮੈਂਟ ਨੇ ਜੇ ਏਡਾ ਵੱਡਾ ਇਨਫਰਾਸਟਰਕਚਰ ਬਣਾਇਆ, ਏਡੀ ਸੋਹਣੀ ਬਿਲਡਿੰਗ ਬਣਾਈ ਆ, ਤੇ ਯਾਰ ਜੇ ਇੱਥੇ ਅਸੀਂ ਉੱਥੇ ਦੇਣ ਲੱਗਿਆ ਕਹਿ ਦਈਏ, ਮੈਨੂੰ ਬੜਾ ਦੁੱਖ ਆਉਂਦਾ ਜਦੋਂ ਕਹਿੰਦੇ ਜੀ ਉਹ ਫੀਸ ਮਾਫ, ਤੇ ਫਿਰ ਬਾਬੇ ਨੂੰ ਖਲੋ ਕੇ ਮੱਥਾ ਇੱਥੋਂ ਹੀ ਟੇਕ ਲਓ। ਦੁੱਖ ਤੇ ਆਉਂਦਾ ਨਾ ਕਿ ਜੀ ਉਹ 1500 ਜਿਹੜੀ ਆ ਉਹ ਵੀ ਗਵਰਨਮੈਂਟ ਦੇਵੇ। ਯਾਰ ਇਹ ਸੋਚ ਸਿੱਖ ਦੀ ਨਹੀਂ ਹੋ ਸਕਦੀ, ਗੁਰੂ ਦੇ ਸੱਚੇ ਸ਼ਰਧਾਲੂ ਦੀ ਨਹੀਂ ਹੋ ਸਕਦੀ। ਤੁਸੀਂ ਵੇਖਿਆ ਹੋਣਾ ਕਿ ਜਿਸ ਵੇਲੇ ਕੋਰੀਡੋਰ ਬਣਿਆ, ਇੱਕ ਅਕਾਲੀ ਇੱਕ ਦਿਨ ਵੀ ਇਸ ਕੋਰੀਡੋਰ ਤੇ ਆਣ ਕੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਸਟੇਟਮੈਂਟ ਦਿੱਤੀ ਕਿ ਕੋਰੀਡੋਰ ਬਣਨਾ ਚਾਹੀਦਾ। ਤੇ ਉੱਥੇ ਜਿੰਨੀ ਰੌਲੀ ਪਾਈ, ਜਿੰਨਾ ਉੱਥੇ ਕਿਹਾ ਕਿ ਇਹ ਕੋਰੀਡੋਰ ਬਣਨਾ ਚਾਹੀਦਾ, ਪਾਕਿਸਤਾਨ ਵਾਲਿਆਂ ਸਟਾਰਟ ਕਰਤਾ, ਇੰਡੀਅਨ ਗਵਰਨਮੈਂਟ ਨੇ ਚਾਲੂ ਨਹੀਂ ਸੀ ਕੀਤਾ ਕੰਮ ਕਰਨਾ, ਤੇ ਉਸ ਵੇਲੇ ਅਸੀਂ ਰੌਲੀ ਪਾ ਕੇ ਇਹ ਕੰਮ ਚਾਲੂ ਕਰਵਾਇਆ। ਬਿਲਕੁਲ ਠੀਕ ਹੈ। ਉਹਦੇ ਬਾਅਦ ਜਿਹੜੀ ਸੜਕ ਬਣੀ। ਦੂਸਰੀ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦੇਣੀ ਚਾਹੁੰਦੀ ਹਾਂ ਕਿ ਮੈਂ ਆਪਣੀ ਗਵਰਨਮੈਂਟ 'ਚ, ਇਸੇ ਗਵਰਨਮੈਂਟ 'ਚ ਰਈਏ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ 4 ਲੇਨਿੰਗ ਮੈਂ ਉਹ ਵੀ ਮਨਜ਼ੂਰ ਕਰਾ ਲਈ ਹੈ, ਇਹਦੇ ਵਿੱਚ ਮਿਲੇਗੀ। ਅੱਛਾ ਜੀ। ਤੇ ਇਹ ਤੇ ਜਵਾਬ ਮੇਰੀ ਅਕਾਲੀ ਦਲ ਵਾਲੇ ਦੇ ਦੇਣਗੇ, ਤੁਸੀਂ ਕਰਵਾਈ ਆ। ਇੱਕ ਚਿੱਠੀ ਨਹੀਂ ਅਕਾਲੀ ਦਲ ਨੇ ਕਦੀ ਲਿਖੀ। ਬੀਬੀ ਹਰਸਿਮਰਤ ਕੌਰ ਵਜ਼ੀਰ ਸੀ, ਇੱਕ ਵਾਰੀ ਇਹਨੇ ਉੱਠ ਕੇ ਨਹੀਂ ਸੀ ਕਿਹਾ ਕਿ ਗੁਰੂ ਤੇਗ ਬਹਾਦਰ ਜਿਹੜੀ ਇੱਥੋਂ ਤੱਕ ਸਾਨੂੰ ਕਰਨਾ ਚਾਹੀਦਾ। ਇਹ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਵੀ ਲੈ ਕੇ, ਇਹ ਕ੍ਰੈਡਿਟ ਕਾਹਦਾ ਲੈਂਦੇ ਨੇ? ਜਿਹੜੀ ਬਟਾਲਾ ਤੋਂ ਡੇਰਾ ਬਾਬਾ ਨਾਨਕ ਵਾਲੀ ਸੜਕ ਹੈ, ਇਹ ਵੀ ਹੋਊਗੀ ਵੱਡੀ? ਮੈਂ ਤੁਹਾਨੂੰ ਕਿਹਾ ਜੀ, ਰਈਏ ਤੋਂ ਲੈ ਕੇ ਡੇਰਾ ਬਾਬਾ ਨਾਨਕ ਦੇ ਕੋਰੀਡੋਰ 'ਚ 4 ਲੇਨ ਜਿਹੜੀ ਆ ਐਂਟਰ ਕਰੇਗੀ। ਅੱਛਾ ਜੀ, ਬਹੁਤ ਧੰਨਵਾਦ ਰੰਧਾਵਾ ਸਾਹਿਬ। ਇਲੈਕਸ਼ਨ ਦਾ ਸਮਾਂ ਜੀ, ਤੁਸੀਂ ਵੀ ਅੱਜ ਪਿੰਡਾਂ 'ਚ ਹੋਰ ਥਾਵਾਂ 'ਤੇ ਜਾਣਾ ਹੋਣਾ, ਸਮਾਂ ਕੱਢਿਆ ਉਹਦੇ ਲਈ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਥੈਂਕ ਯੂ। ਸੋ ਇਹ ਸਨ ਪੰਜਾਬ ਦੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ। ਖੁੱਲੀਆਂ ਗੱਲਾਂ ਬਾਤਾਂ ਕੀਤੀਆਂ, ਆਪਦੀਆਂ ਟਿੱਪਣੀਆਂ ਜ਼ਰੂਰ ਭੇਜਿਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੜੇ ਸਖਤ ਸਵਾਲਾਂ ਦੇ ਨਾਲ ਆ ਕੇ ਰੰਧਾਵਾ ਸਾਹਿਬ ਨਾਲ ਗੱਲ ਕਰੀਏ। ਆਪਦੇ ਮੈਸੇਜ ਜ਼ਰੂਰ ਸਾਂਝੇ ਕਰਿਓ, ਜੋ ਵੀ ਤੁਹਾਡੀ ਰਾਏ ਆ ਮੌਜੂਦਾ ਪਿਛਲੀ ਕਾਂਗਰਸ ਸਰਕਾਰ ਬਾਰੇ, ਤੇ ਅੱਗੇ ਕਿਵੇਂ ਦੀ ਸਰਕਾਰ ਤੁਸੀਂ ਚਾਹੁੰਦੇ ਹੋ। ਪ੍ਰੋਗਰਾਮ ਚਾਹੀਦਾ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।